आशीष दी, फूलों फलों और समुंदर के जल में भर जाओ, बी मल्टीप्लाई, बी फ्रूटफुलनेस, है ना। परमेश्वर ने कहा मैं तुहानू मल्टीप्लाई करता है एंड फ्रूटफुलनेस करता है, एंड दैट टाइम वो ब्लैसिंग रिलीज हो गई। इसीलिए ना यू नो दैट ਮਸੀਹ ਲੋਕੋ ਤੁਹਾਡੇ ਮੂੰਹ ਦੇ ਵਿੱਚ ਪਰਮੇਸ਼ਰ ਕਹਿੰਦੇ, ਜਿਸ ਪਰਮੇਸ਼ਰ ਦਾਸ ਕਹਿੰਦੇ ਜਿਸ ਤਰ੍ਹਾਂ ਤੁਸੀਂ ਅੰਗੀਕਾਰ ਕਰੋਗੇ ਉਦਾਂ ਦੀ ਤੁਹਾਡੀ ਲਾਈਫ ਬਣਨੀ ਸ਼ੁਰੂ ਹੋ ਜਾਣੀ ਹੈ ਨਾ। ਇਸ ਲਈ ਕਹਿੰਦੇ ਆਪਾਂ ਨੈਗੇਟਿਵ ਵਰਡਸ ਨਹੀਂ ਬੋਲਨੇ ਹੈਗੇ, ਕਿਉਂਕਿ ਪਰਮੇਸ਼ਰ ਨੇ ਆਪਾਂ ਨੂੰ ਆਪਣੇ ਹੀ ਸਰੂਪ ਦੇ ਉੱਤੇ ਬਣਾਇਆ ਹੋਇਆ। ਜੇ ਆਪਣੇ ਸਰੂਪ ਦੇ ਉੱਤੇ ਆਪਾਂ ਨੂੰ ਬਣਾਇਆ ਹੋਇਆ, ਦੈਨ ਸਾਡੇ ਵਰਡਸ ਜਿਹੜੇ ਹੁੰਦੇ ਟੋਟਲ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿ ਰੀਅਲੀ ਪਰਮੇਸ਼ਰ ਅਸੀਂ ਬਲੈਸਿੰਗ ਦੇ ਹੱਕਦਾਰ ਆ। ਜੇ ਅਸੀਂ ਕਿਸੇ ਨੂੰ ਕਹਿ ਦਿੱਤਾ ਆਈ ਬਲੈਸ ਯੂ, ਉਹ ਬਲੈਸਿੰਗ ਜਿਹੜੀ ਸਦਾ ਲਈ ਬਣ ਜਾਣੀ ਹੈ ਯਿਸੂ ਦੇ ਨਾਮ ਤੇ। ਹਾਲੇਲੂਇਆ। ਇਸ ਲਈ ਅੱਜ ਤੋਂ ਬਾਅਦ ਕਦੀ ਵੀ ਕਿਸੇ ਨੇ ਇਹ ਚੀਜ਼ ਨਹੀਂ ਕਰਨੀ, ਜੇ ਕੋਈ ਤੁਰਿਆ ਜਾਂਦਾ ਆਈ ਬਲੈਸ ਯੂ, ਭੈਣ ਬਲੈਸ ਯੂ, ਬਲੈਸ ਯੂ, ਬਲੈਸ ਯੂ, ਬਲੈਸ ਯੂ, ਲੋਕੀ ਟਾਟਾ ਬਾਈ ਕਰਦੇ ਕਰਦੇ ਬਲੈਸ ਯੂ ਕਰ ਜਾਂਦੇ ਆ। ਯੂ ਨੋ ਦੈਟ ਗੋਡ ਨੇ ਆਈ ਬਲੈਸ ਯੂ, ਯੂ ਨੋ ਦੈਟ ਪੂਰੀ ਪ੍ਰਿਥਵੀ ਬਣਾਤੀ ਜਿੱਥੇ ਆਪਾਂ ਰਹਿੰਦੇ ਆ, ਪੂਰਾ ਕੁਝ ਬਣਾ ਦਿੱਤਾ। ਪਰਮੇਸ਼ਰ ਨੇ ਆਪਣੇ ਮੂੰਹ ਚੋਂ ਵਰਡ ਰਿਲੀਜ਼ ਨਹੀਂ ਕੀਤਾ। ਹਾਲੇਲੂਇਆ। ਯੂ ਨੋ ਦੈਟ ਕਾਤੀ ਕਦੀ ਮਨ ਚ ਕੁਐਸਚਨ ਨਹੀਂ ਆਇਆ, ਪਰਮੇਸ਼ਰ ਨੇ ਚੰਦ ਬਣਾਇਆ, ਤਾਰੇ ਬਣਾਏ, ਉਹਨੂੰ ਕਦੇ ਨਹੀਂ ਕਿਹਾ ਆਈ ਬਲੈਸ ਯੂ। ਪਰਮੇਸ਼ਰ ਨੇ ਕਿਹਾ ਅੱਛਾ ਹੈ, ਇੰਨਾ ਜ਼ਰੂਰ ਕਿਹਾ ਅੱਛਾ ਆ, ਵਧੀਆ ਲੱਗਾ ਪਰਮੇਸ਼ਰ ਨੂੰ। ਪਰਮੇਸ਼ਰ ਨੇ ਬਲੈਸ ਯੂ ਨਹੀਂ ਕਿਹਾ, ਆਈ ਬਲੈਸ ਯੂ ਨਹੀਂ ਕਿਹਾ। ਅੱਜ ਮਸੀਹ ਲੋਕਾਂ ਨੂੰ ਕੁਝ ਵੀ ਅੱਛਾ ਲੱਗਦਾ ਆਈ ਬਲੈਸ ਯੂ, ਬਲੈਸ ਯੂ ਭੈਣ, ਬਲੈਸ ਯੂ, ਬਲੈਸ ਯੂ, ਹੈ ਨਾ। ਯੂ ਨੋ ਦੈਟ ਬਲੈਸ ਯੂ ਇਸ ਤਰ੍ਹਾਂ ਨਹੀਂ ਕਹਿਣਾ, ਕਿਉਂਕਿ ਸਾਡੇ ਮੂੰਹ ਚੋਂ ਜੇ ਬਲੈਸ ਯੂ ਨਿਕਲ ਜਾਊਗਾ ਨਾ, ਉਹਦੀ ਜ਼ਿੰਦਗੀ ਬਣ ਜਾਣੀ। ਜੇ ਉਹ ਪਰਸਨ ਡਿਜ਼ਰਵ ਨਾ ਕਰਨ ਵਾਲਾ ਹੋਊਗਾ ਤੇ ਉਸ ਚੀਜ਼ ਦਾ ਨੁਕਸਾਨ ਤੁਹਾਨੂੰ ਭੁਗਤਣਾ ਪੈਣਾ, ਕਿਉਂਕਿ ਪਰਮੇਸ਼ਰ ਨੇ ਹਰ ਇੱਕ ਚੀਜ਼ ਦਾ ਲੇਖਾ ਲੈਣਾ। ਪਰਮੇਸ਼ਰ ਕਹਿੰਦੇ ਇੱਕ ਨਗਰ ਦੇ ਵਿੱਚ ਜੇ ਮੈਂ ਲਾਸ਼ ਨੂੰ ਦੇਖ ਲਵਾਂ, ਉਹਦਾ ਜੇ ਉਹ ਲਾਸ਼ ਨੂੰ ਦੱਸਣ ਵਾਲਾ ਨਾ ਹੋਵੇ, ਕੋਈ ਦੱਸੇ ਨਾ ਕਿ ਹਾਂ ਪ੍ਰਭੂ ਯਿਸੂ ਮਸੀਹ ਕਾਹਤੇ ਆਇਆ, ਹੈ ਨਾ, ਤੇ ਉਹ ਲਾਸ਼ ਜੇ ਮਿਲ ਗਈ, ਉਹ ਲਾਸ਼ ਦਾ ਲੇਖਾ ਵੀ ਇੱਕ ਮਸੀਹ ਪਰਸਨ ਤੋਂ ਲਿਆ ਜਾਣਾ। ਜਦੋਂ ਤੁਸੀਂ ਫ੍ਰੀ ਦਾ ਨॉन ਬਲੀਵਰ ਨੂੰ ਵੀ ਬਲੈਸ ਯੂ ਕਰਦੇ, ਉਹਦਾ ਲੇਖਾ ਵੀ ਤੁਹਾਨੂੰ ਮਿਲਣਾ। ਤੇ ਪਰਮੇਸ਼ਰ ਨੇ ਕਹਿਣਾ ਮੈਂ ਆਪਣਾ ਮੂੰਹ ਬੰਦ ਕੀਤਾ। ਪਰਮੇਸ਼ਰ ਨੇ ਸਭ ਕੁਝ ਬਣਾਤਾ, ਕਿਸੇ ਨੂੰ ਨਹੀਂ ਕਿਹਾ ਆਈ ਬਲੈਸ ਯੂ, ਪਰ ਜੀਵ ਜੰਤੂਆਂ ਨੂੰ ਫਸਟ ਕਿਹਾ ਆਈ ਬਲੈਸ ਯੂ। ਦੈਨ ਪਰਮੇਸ਼ਰ ਨੇ ਜਦੋਂ ਆਦਮ ਨੂੰ ਵੀ ਬਣਾਇਆ, ਪਰਮੇਸ਼ਰ ਨੇ ਆਈ ਬਲੈਸ ਯੂ ਨਹੀਂ ਕਿਹਾ। ਕਿ ਤੁਹਾਨੂੰ ਪਤਾ ਉਦੋਂ ਵੀ ਆਈ ਬਲੈਸ ਯੂ ਨਹੀਂ ਕਿਹਾ। ਪਰਮੇਸ਼ਰ ਨੇ ਆਪਣੇ ਸਰੂਪ ਤੇ ਇੱਕ ਬੰਦਾ ਬਣਾ ਦਿੱਤਾ, ਆਪਣੇ ਸਰੂਪ ਤੇ ਆਪਣੀਆਂ ਸਾਂਸਾਂ ਫੂਕ ਦਿੱਤੀਆਂ। ਪਰਮੇਸ਼ਰ ਨੇ ਬਲੈਸ ਯੂ ਨਹੀਂ ਕਿਹਾ। ਪਰਮੇਸ਼ਰ ਨੇ ਕਿਹਨੂੰ ਬਲੈਸ ਕਿਹਾ? ਔਰਤਾਂ। ਹਾਲੇਲੂਇਆ। ਜਦੋਂ ਹਵਾ ਉਹਦੀ ਪਸਲੀ ਚੋਂ ਕੱਢ ਦਿੱਤੀ, ਉਦੋਂ ਪਰਮੇਸ਼ਰ ਨੇ ਕਿਹਾ ਆਈ ਬਲੈਸ ਯੂ, ਬੀ ਮਲਟੀਪਲਾਈਡ, ਬੀ ਫਰੂਟਫੁਲਨੈਸ, ਕਿ ਵੱਧ ਜਾ, ਫੁੱਲ ਜਾ, ਤੇਰੇ ਦੁਆਰਾ ਲੋਕਾਂ ਨੇ ਜਨਨਾ ਸ਼ੁਰੂ ਹੋ ਜਾਣਾ, ਮਤਲਬ ਤੇਰੇ ਦੁਆਰਾ ਬਹੁਤ ਸਾਰੀ ਜਨਰੇਸ਼ਨ ਬਣਨੀ ਸ਼ੁਰੂ ਹੋ ਜਾਣੀ। ਕਿ ਪਰਮੇਸ਼ਰ ਨੂੰ ਪਤਾ ਸੀ ਇੱਕ ਔਰਤ ਨੇ ਹੀ ਪੂਰੀ ਪ੍ਰਿਥਵੀ ਨੂੰ ਦੇਖ ਕੇ, ਯੂ ਨੋ ਦੈਟ ਹਵਾ ਨੂੰ ਸ਼ੈਤਾਨ ਨੇ ਕਿਉਂ ਭਰਮਾਇਆ? ਰੀਜ਼ਨ ਕੀ ਸੀਗਾ? ਕਿਉਂਕਿ ਹਵਾ ਤੋਂ ਹੀ ਪੂਰੀ ਪ੍ਰਿਥਵੀ ਜਿਹੜੀ ਸੀ ਮਲਟੀਪਲਾਈ ਹੋਣੀ ਸੀ, ਕਿਉਂਕਿ ਬਲੈਸਿੰਗ ਉਹਦੇ ਉੱਤੇ ਰਿਲੀਜ਼ ਸੀਗੀ। ਹਾਲੇਲੂਇਆ। ਇੰਨਾ ਤਾਂ ਤੁਹਾਨੂੰ ਪਤਾ ਲੱਗ ਗਿਆ, ਆਈ ਬਲੈਸ ਯੂ ਦਾ ਮਤਲਬ ਛੋਟਾ ਨਹੀਂ ਹੈ। ਜਿੱਥੇ ਜਿੱਥੇ ਪਰਮੇਸ਼ਰ ਨੇ ਆਈ ਬਲੈਸ ਯੂ ਕਿਹਾ, ਯੂ ਨੋ ਦੈਟ ਆਪਾਂ ਕਲਾਮ ਦੇ ਵਿੱਚ ਇੱਕ ਇੱਕ ਕਰਕੇ ਕਲਾਮ ਦੇ ਵਿੱਚ ਜਾਵਾਂਗੇ। ਮੇਰਾ ਮਤਲਬ ਆ ਜਿੱਥੇ ਆਉਣ ਦਾ ਇਹ ਆ, ਯੂ ਨੋ ਦੈਟ ਮੇਰੀ 10 ਸਾਲ ਦੀ ਬੱਚੀ ਆ, ਜਦੋਂ ਇੱਥੇ ਆਉਣਾ ਸੀਗਾ, ਉਹਨੇ ਪਹਿਲਾਂ ਮੈਨੂੰ ਇਸ ਘਰ ਦਾ ਨਕਸ਼ਾ ਦੱਸ ਦਿੱਤਾ। ਕਹਿੰਦੇ ਮੰਮਾ ਹੈ ਨਾ, ਜੇ ਤੁਸੀਂ ਮੀਟਿੰਗ ਕਰਨ ਜਾਣਾ, ਉੱਥੇ 2 ਰੂਮਸ ਆ, ਹੈ ਨਾ, ਉਹ ਰੂਮ ਛੋਟੇ ਆ, ਉਹਨਾਂ ਦਾ ਵਿਹੜਾ ਕਾਫੀ ਵੱਡਾ ਹੈ। ਜਦੋਂ ਤੁਸੀਂ ਉੱਥੇ ਜਾਣਾ ਨਾ, ਉੱਥੇ ਏਂਜਲਸ ਆ ਜਾਣੇ ਆ ਤੇ ਬਹੁਤ ਸਾਰੀਆਂ ਸਪਿਰਿਟਸ ਨੇ ਲੀਵ ਹੋਣਾ ਹੈ, ਜਿਹੜੀਆਂ ਉਹਨਾਂ ਨੂੰ ਬਦਲਣ ਤੋਂ ਰੋਕਦੀਆਂ, ਉਹਨਾਂ ਨੂੰ ਨਿਊ ਘਰ ਬਣਨਾ। ਮੈਨੂੰ ਪ੍ਰੋਫੈਟਿਕ ਵਰਡ ਮੈਨੂੰ ਇੱਥੇ ਆਉਣ ਤੋਂ ਪਹਿਲਾਂ ਮਿਲ ਗਏ। ਰੀਜ਼ਨ ਕੀ ਆ? ਮੇਰੀ ਬੱਚੀ ਇੱਥੇ ਨਹੀਂ ਆਈ, ਮੈਂ ਫਸਟ ਟਾਈਮ ਆਈ ਹਾਂ। ਯੂ ਨੋ ਦੈਟ ਕਿਉਂਕਿ ਇੰਨੇ ਡੇਜ਼ ਦਾ ਪਰਮੇਸ਼ਰ ਮੈਨੂੰ ਬਲੈਸਿੰਗਸ ਦੇ ਵਿੱਚ ਲੈ ਕੇ ਜਾ ਰਿਹਾ ਸੀ, ਕਿਉਂਕਿ ਇੱਥੋਂ ਦੇ ਲੋਕਾਂ ਨੂੰ ਬਲੈਸਿੰਗਸ ਦੀ ਜ਼ਰੂਰਤ ਆ। ਹਾਲੇਲੂਇਆ। ਪਰਮੇਸ਼ਰ ਬੈਟਲ ਚਾਹੁੰਦਾ। ਕਦੀ ਅਸੀਂ ਕਿਸੇ ਇਲਾਕੇ ਦੇ ਵਿੱਚ ਜਾਂਦੇ, ਉੱਥੇ ਸਾਨੂੰ ਪਰਮੇਸ਼ਰ ਛੁਟਕਾਰੇ ਲਈ ਕਹਿੰਦਾ ਹੈ ਕਿ ਇੱਥੋਂ ਦੇ ਲੋਕਾਂ ਨੂੰ ਡਿਲੀਵਰੈਂਸ ਦੀ ਜ਼ਰੂਰਤ ਆ। ਪਰ ਇੱਥੇ ਜਦੋਂ ਆਈ, ਪਰਮੇਸ਼ਰ ਨੇ ਮੈਨੂੰ ਕਿਹਾ ਕਿ ਇੱਥੋਂ ਦੇ ਲੋਕਾਂ ਨੂੰ ਸੱਚਮੁੱਚ ਬਲੈਸਿੰਗ ਦੀ ਜ਼ਰੂਰਤ ਆ। ਹਾਲੇਲੂਇਆ। ਯੂ ਨੋ ਮਸੀਹ 'ਚ ਹੋਣ ਦੇ ਬਾਵਜੂਦ ਵੀ ਘਟੀ ਕਾਤੇ ਆ ਘਰ ਦੇ ਵਿੱਚ, ਬੋ ਵੀ ਰਹੇ ਆ ਨਾ, ਆਪਣੇ ਐਫਰਟਸ ਕਰ ਰਹੇ ਆ, ਪਰ ਕਾਤੇ ਨਹੀਂ ਬਲੈਸਿੰਗ ਹੈਗੀ। ਜਦ ਅੱਜ ਤੁਸੀਂ ਬੱਚੇ ਨੂੰ ਇਸ ਵਚਨ ਨੂੰ ਸੁਣ ਲੈਣਾ, ਰੀਅਲੀ ਤੁਹਾਡੀ ਲਾਈਫ ਦੇ ਵਿੱਚ ਬਲੈਸਿੰਗਸ ਆਉਣ, ਰੀਅਲ ਬਲੈਸਿੰਗ ਆ ਜਾਣੀ। ਅੱਜ ਜਦੋਂ ਮੈਂ ਇੱਥੇ ਮੀਟਿੰਗ ਕਰਕੇ ਜਾਣਾ, ਉਸ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਹਾਲਾਤ ਚੇਂਜ ਹੁੰਦੇ ਦੇਖੋਗੇ। ਮੈਂ ਪ੍ਰੈਕਟੀਕਲੀ ਕਹਿ ਰਹੀ ਹਾਂ। ਹਾਲੇਲੂਇਆ। ਕਿਉਂਕਿ ਮੈਨੂੰ ਪਤਾ ਹੈ ਮੇਰੇ ਵੱਲੋਂ ਨਹੀਂ ਆ ਵਰਡ, ਇਹ ਪਵਿੱਤਰ ਆਤਮਾ ਦੇ ਉਭਾਰਨ ਦੇ ਦੁਆਰਾ ਹੈ। ਬਾਈਬਲ ਦੇ ਵਿੱਚ ਲਿਖਿਆ ਕੋਈ ਵੀ ਅਗਮ ਵਾਕ ਜਿਹੜਾ ਹੈ, ਕੋਈ ਵੀ ਮਨੁੱਖ ਆਪਣੇ ਆਪ ਤੋਂ ਨਹੀਂ ਕਹਿੰਦਾ ਜਦ ਤੱਕ ਪਵਿੱਤਰ ਆਤਮਾ ਦੇ ਦੁਆਰਾ ਉਭਾਰਿਆ ਨਾ ਜਾਵੇ। ਹਾਲੇਲੂਇਆ। ਯੂ ਨੋ ਦੈਟ ਇਸੇ ਲਈ ਪਰਮੇਸ਼ਰ ਤੁਹਾਨੂੰ ਜ਼ਿਆਦਾ ਬਲੈਸਿੰਗ ਦੇ ਵਰਡ ਦੇ ਰਿਹਾ ਹੈ। ਹਾਲੇਲੂਇਆ। ਜਿਹਨੂੰ ਪਰਮੇਸ਼ਰ ਬਲੈਸਿੰਗ ਦੇ ਰਿਹਾ, ਸਦਾ ਦੀ ਬਲੈਸਿੰਗ ਬਣ ਜਾਂਦੀ ਹੈ, ਨਾ ਤਾਂ ਲਿਮਿਟਡ ਨਹੀਂ ਰਹਿੰਦਾ ਉਹ ਪਰਸਨ। ਯੂ ਨੋ ਜਦੋਂ ਦੀ ਮੈਂ ਬਾਈ ਗੋਡ ਗ੍ਰੇਸ, ਮੈਂ ਤੁਹਾਨੂੰ ਛੋਟੀ ਆਪਣੀ ਟੈਸਟੀਮਨੀ ਦੱਸਦੀ ਹਾਂ। ਮੈਂ ਜੱਟ ਸਿੱਖ ਫੈਮਿਲੀ ਦੀ ਲੜਕੀ ਹਾਂ, ਮੇਰਾ ਨਾਮ ਗਗਨਦੀਪ ਕੌਰ ਆ, ਹੈ ਨਾ।
ਤੇ ਇਸ ਤਰ੍ਹਾਂ ਨਹੀਂ ਸੀ ਕਿ ਮੈਂ ਪ੍ਰਭੂ ਦੇ ਵਿੱਚ ਨਹੀਂ ਆਈ ਸੀ ਕਿ ਉਦੋਂ ਮੈਂ ਬਲੈਸਡ ਨਹੀਂ ਸੀਗੀ ਨਾ, ਸਾਡੀ ਕੋਠੀ ਸੀਗੀ, ਸਭ ਕੁਝ ਸਾਡੀਆਂ ਗੱਡੀਆਂ ਸੀਗੀਆਂ, ਪਰ ਲਿਮਟਿਡ ਸੀ ਆਸ਼ੀਸ਼। ਮੈਂ ਕਹਿੰਦੀ ਹਾਂ ਕਿ ਮੈਨੂੰ ਪਤਾ ਉਹ ਲਿਮਟਿਡ ਸੀ, ਹੈ ਨਾ। ਪਰ ਜਦੋਂ ਮੈਂ ਪਰਮੇਸ਼ਰ ਦੀ ਸੇਵਕਾਈ ਦੇ ਵਿੱਚ ਆਈ, ਮੇਰੀ ਬਲੈਸਿੰਗ ਅਨਲਿਮਟਿਡ ਹੋ ਗਈ। ਜਿਹਨੂੰ ਦੈਟ ਪਰਮੇਸ਼ਰ ਨੇ, ਮੈਂ ਆਪਣੀ ਸੋਚਾਂ ਤੋਂ ਕੁਝ ਚੀਜ਼ਾਂ ਤਾਂ ਆਪਾਂ ਕਹਿੰਦੇ ਹਾਂ ਕਿ ਸਾਡੇ ਕੋਲ ਪੈਸਾ ਹੈ, ਅਸੀਂ ਇਹ ਚੀਜ਼ ਕਰ ਲੈਂਦੇ ਹਾਂ ਨਾ। ਸੋ ਦੈਟ ਮੈਂ ਬਾਈ ਫੇਥ ਮੈਂ ਖਾਂਬਰਾ ਚਰਚ ਦੀ ਮਿੱਟੀ ਨੂੰ ਆਪਣੇ ਘਰ ਦੇ ਉੱਤੇ ਲਗਾ ਦਿੱਤਾ, ਤੇ ਸਾਡੇ 5 ਸਟਾਰ ਹੋਟਲ ਦੀ ਤਰ੍ਹਾਂ ਕੋਠੀ ਸੀਗੀ, ਪਰ ਹੁਣ ਮੇਰਾ ਪੋਰਸ਼ਨ 5 ਸਟਾਰ ਹੋਟਲ ਦੀ ਤਰ੍ਹਾਂ ਬਣਿਆ। ਯੂ ਨੋ ਦੈਟ ਕੀ ਸੀਗਾ, ਕਿਉਂਕਿ ਮੈਨੂੰ ਐਕਚੁਅਲ ਬਲੈਸਿੰਗ ਕਿੱਦਾਂ ਮਿਲਦੀ, ਮੈਨੂੰ ਉਹਦਾ ਭੇਦ ਪਤਾ ਲੱਗ ਗਿਆ ਸੀ। ਹਾਲੇਲੂਇਆ। ਔਰ ਪਰਮੇਸ਼ਰ ਨੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਨਿਊ ਸੋਫਾ ਬੈੱਡ, ਪਰ ਉਹ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਕਿੰਗ ਦੇ ਹੁੰਦੇ, ਜਿੱਦਾਂ ਰਾਜੇ ਦੇ ਹੁੰਦੇ ਆ ਨਾ, ਕਿਉਂਕਿ ਰੀਅਲੀ ਪਰਮੇਸ਼ਰ ਨੂੰ ਐਕਚੁਅਲ 'ਚ ਬਲੈਸ ਕੀਤਾ। ਇਸ ਤਰ੍ਹਾਂ ਸੀਗਾ, ਯੂ ਨੋ ਦੈਟ ਮੇਰਾ ਪੋਰਸ਼ਨ ਸੈਕੰਡ ਪੋਰਸ਼ਨ ਆ ਮੇਰਾ ਨਾ, ਜਿਹੜਾ ਨੀਚੇ ਵਾਲਾ ਪੋਰਸ਼ਨ ਆ ਨਾ, ਕਿਉਂਕਿ ਮੈਂ ਤੇ ਮੇਰੀ ਛੋਟੀ ਬੇਟੀ 10 ਸਾਲ ਦੀ ਆ, ਅਸੀਂ ਨਾਈਟ ਨੂੰ ਫਾਇਰ ਪ੍ਰੇਅਰ ਕਰਦੇ ਨੇ, ਸੱਚ ਕਰਦੇ ਸੀਗੇ ਕਿ ਸਾਡੇ ਘਰ ਦੇ ਵਿੱਚ ਇੱਕ ਇੱਕ ਚੀਜ਼ ਨੂੰ ਬਲੈਸ ਕਰਦੇ ਆ। ਯੂ ਨੋ ਬਲੈਸਿੰਗ ਅਸੀਂ ਇੱਕ ਬੈੱਡ ਲਈ ਮੰਗੀ ਕਿ ਪਰਮੇਸ਼ਰ ਸਾਨੂੰ ਨਾ ਥੋੜਾ ਕਿੰਗ ਟਾਈਪ ਨਾ ਬੈੱਡ ਚਾਹੀਦਾ, ਸਾਡੇ ਘਰ 'ਚ 4 ਬੈੱਡ ਰਿਲੀਜ਼ ਹੋ ਗਏ ਨਾ, ਮਤਲਬ ਅਨਲਿਮਟਿਡ। ਮੈਂ ਤੁਹਾਨੂੰ ਛੋਟੀਆਂ ਛੋਟੀਆਂ ਐਗਜ਼ਾਮਪਲਸ ਦਿੰਦੀ ਹਾਂ, ਕਾਹਦੇ ਦੱਸਦੇ ਹਾਂ ਕਿ ਰੀਅਲੀ ਜਦੋਂ ਆਪਾਂ ਬਲੈਸਿੰਗ ਦਾ ਮਤਲਬ ਸਮਝ ਲੈਂਦੇ ਹਾਂ, ਸਾਡੀ ਜ਼ਿੰਦਗੀ में ਬਲੈਸਿੰਗ ਆਣੀ ਹੀ ਆਣੀ ਆ, ਹੈ ਨਾ। ਹਾਲੇਲੂਇਆ। ਵਚਨ ਦੇ ਵਿੱਚ ਚੱਲਦੇ ਹਾਂ। ਇਸ ਤੋਂ ਬਾਅਦ ਪਰਮੇਸ਼ਰ ਨੇ ਔਰਤ ਨੂੰ ਕਿਹਾ, ਸਭ ਤੋਂ ਪਹਿਲਾਂ ਪਰਮੇਸ਼ਰ ਨੇ ਜੀਵ ਜੰਤੂਆਂ ਨੂੰ ਕਿਹਾ, ਉਸ ਤੋਂ ਬਾਅਦ ਔਰਤ ਨੂੰ ਕਿਹਾ, ਹਵਾ ਨੂੰ ਕਿਹਾ, ਬੀ ਮਲਟੀਪਲਾਈ ਬੀ ਫਰੂਟਫੁਲ। ਉਸ ਤੋਂ ਬਾਅਦ ਪਰਮੇਸ਼ਰ ਨੇ ਪੂਰੀ ਪ੍ਰਿਥਵੀ ਦੀ ਨਾ ਦ੍ਰਿਸ਼ਟੀ ਕੀਤੀ, ਤੇ ਸਾਰੀ ਪਰਸਨ ਜੋ ਵੀ ਉਹਦੇ ਮਨ ਵਿੱਚ ਚੱਲਦਾ ਸੀ, ਉਹ ਦੁਸ਼ਟਤਾ ਨਾਲ ਭਰਿਆ ਹੋਇਆ ਸੀਗਾ, ਉਹ ਦੁਸ਼ਟ ਹੀ ਗੱਲਾਂ ਆਉਂਦੀਆਂ ਸੀਗੀਆਂ। ਇਹਨੂੰ ਇੱਕ ਰੀਜ਼ਨ ਆ ਆਪਣੀ ਲਾਈਫ ਦੇ ਵਿੱਚ ਬਲੈਸਿੰਗ ਕਰਦੇ ਨਹੀਂ ਹੁੰਦੀ, ਜਦੋਂ ਆਪਣਾ ਮਨ ਫ੍ਰੀ ਨਹੀਂ ਹੁੰਦਾ। ਹਾਲੇਲੂਇਆ। ਦੈਟ ਇਹੀ ਮਨ ਦੇ ਉੱਤੇ ਪਰਮੇਸ਼ਰ ਨੇ ਆਪਣਾ ਹੱਕ ਜਮਾਉਣਾ, ਇਸੇ ਮਨ ਦੇ ਉੱਤੇ ਸ਼ੈਤਾਨ ਨੇ ਆਪਣਾ ਹੱਕ ਜਮਾਉਣਾ। ਸ਼ੈਤਾਨ ਦੁਸ਼ਟ ਆਤਮਾ ਕਿੱਦਾਂ ਕਰਦੀ ਆ, ਜਦੋਂ ਤੁਹਾਨੂੰ ਗਰੀਬੀ ਨਾਲ ਜੋੜ ਦਿੰਦੀ ਆ। ਇੱਕ ਲੇਡੀ ਉੱਠੀ ਸਵੇਰ ਤੋਂ ਉੱਠ ਕੇ ਉਹਦੇ ਮਨ 'ਚ ਕੀ ਇੰਨਾ ਇਫੈਕਟ ਕਾਹਦਾ ਹੋਇਆ ਆ, ਕੱਲ ਨੂੰ ਕੀ ਬਣਾਵਾਂ, ਅੱਜ ਕੀ ਬਣਾਵਾਂਗੇ, ਉੱਥੇ ਗਏ ਉੱਥੇ ਕੀ ਦੇਵਾਂਗੇ, ਇਹ ਕਰਾਂਗੇ, ਇੱਦਾਂ ਕਰਾਂਗੇ, ਉੱਦਾਂ ਕਰਾਂਗੇ। ਇਹਦਾ ਮਤਲਬ ਕਿ ਇਨਡਾਇਰੈਕਟਲੀ ਤੁਸੀਂ ਸਪਿਰਿਟ ਆਫ ਪਾਵਰਟੀ ਦੇ ਨਾਲ ਕਨੈਕਟ ਹੋ ਰਹੇ ਹੋ। ਹਾਲੇਲੂਇਆ। ਸਮਝ ਲੱਗ ਰਹੀ ਹੈ? ਮੈਂ ਪੰਜਾਬੀ 'ਚ ਗੱਲ ਕਰਾਂ, ਸਮਝ ਲੱਗ ਰਹੀ ਹੈ ਸਾਰਿਆਂ ਨੂੰ? ਠੀਕ ਆ। ਜਦੋਂ ਆਪਾਂ ਉੱਠਦੇ ਸਾਰੀ ਸਪਿਰਿਟ ਆਪਣੇ ਉੱਤੇ ਨਾ ਇਫੈਕਟ ਪਾਉਂਦੀ ਆ, ਜੇ ਕਿਸੇ ਦੀ ਲਾਈਫ ਦੇ ਵਿੱਚ ਪਾਵਰਟੀ ਦੀ ਸਪਿਰਿਟ ਕੰਮ ਕਰਦੀ, ਗਰੀਬੀ ਦੀ ਸਪਿਰਿਟ ਕੰਮ ਕਰਦੀ ਆ, ਉਹਨੇ ਉੱਠਦੇ ਸਾਰ ਹੀ ਉਹਦੇ ਮਨ 'ਚੋਂ ਵਰਡਨ ਪਾਉਣਾ ਸ਼ੁਰੂ ਕਰਨਾ, ਆਹ ਕਿੱਥੋਂ ਹੋਣਾ, ਆਹ ਕਿੱਦਾਂ ਹੋਊਗਾ, ਆਹ ਕਿੱਦਾਂ ਹੋਊਗਾ। ਠੀਕ ਆ। ਯੂ ਨੋ ਦੈਟ ਜਦੋਂ ਆਪਾਂ ਉਸ ਕਨੈਕਸ਼ਨ ਦੇ ਵਿੱਚ ਚਲੇ ਗਏ, ਆਪਾਂ ਸਟ੍ਰੈਸ ਫੀਲ ਕਰਨ ਲੱਗ ਪੈਣਾ, ਆਪਾਂ ਟੈਨਸ਼ਨ ਫੀਲ ਕਰਨ ਲੱਗ ਪੈਣਾ। ਜਦੋਂ ਟੈਨਸ਼ਨ ਫੀਲ ਕਰਨ ਲੱਗ ਪਏ, ਆਪਾਂ ਤੁਹਾਨੂੰ ਨੋਨਲੀ ਚਾਹੇ ਅਨਨੋਨਲੀ ਤੁਸੀਂ ਸ਼ੈਤਾਨ ਦੇ ਨਾਲ ਇੱਕ ਬਾਜਾ ਬੰਨੀ ਜਾ ਰਹੇ, ਕਿਉਂਕਿ ਤੁਸੀਂ ਉਸ ਪਾਵਰਟੀ ਨੂੰ ਸੋਚਣਾ ਸ਼ੁਰੂ ਕਰ ਦਿੱਤਾ। ਹਾਲੇਲੂਇਆ। ਐਂਡ ਇਨ ਦੀ ਸੇਮ ਮੈਨਰ ਹੁਣ ਇੱਕ ਪਰਸਨ ਆ, ਉਹ ਬਿਜ਼ਨਸਮੈਨ ਆ, ਜਾਂ ਉਹ ਆਪਣਾ ਕੋਈ ਕੰਮ ਕਰਦਾ ਪਿਆ ਹੈ ਨਾ, ਉਹਨੂੰ ਜੇ ਉਹਦੇ ਮਨ ਦੇ ਵਿੱਚ ਇਹ ਚੀਜ਼ ਆ ਗਈ ਕਿ ਕੱਲ੍ਹ ਨੂੰ ਮੈਨੂੰ ਇਹ ਕੰਮ ਮਿਲੂਗਾ ਜਾਂ ਕਿੱਦਾਂ ਨਹੀਂ ਹੋਊਗਾ, ਬੇਰੁਜ਼ਗਾਰੀ ਦੀ ਸਪਿਰਿਟ ਉਹਦੇ ਨਾਲ ਕਨੈਕਟ ਹੋ ਗਈ ਹੈ, ਕਿਉਂਕਿ ਉਹਦੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਇੱਕੋ ਸਮੇਂ ਦੇ ਵਿੱਚ ਜਾਂ ਤਾਂ ਰੱਬ ਤੁਹਾਡੀ ਜ਼ਿੰਦਗੀ 'ਚ ਆ ਸਕਦਾ ਹੈ, ਇੱਕੋ ਸਮੇਂ ਦੇ ਵਿੱਚ ਜਾਂ ਤਾਂ ਸ਼ੈਤਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰ ਸਕਦਾ ਹੈ ਨਾ। ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਨੈਕਟ ਕਿੰਨਾ ਹੋਣਾ ਹੈ। ਯੂ ਨੋ ਦੈਟ ਬਾਈਬਲ ਦੇ ਵਿੱਚ ਲਿਖਿਆ, ਬਹੁਤ ਸਾਰੀਆਂ ਲੇਡੀਜ਼ ਜਾਂ ਜੈਂਟਸ ਦਾ ਇੱਕ ਕੁਐਸਚਨ ਹੋਊਗਾ, ਅਸੀਂ ਤਾਂ ਸੋਚਣਾ ਨਹੀਂ ਚਾਹੁੰਦੇ, ਅਸੀਂ ਤਾਂ ਕਰਨਾ ਨਹੀਂ ਚਾਹੁੰਦੇ, ਅਸੀਂ ਟੈਨਸ਼ਨ ਵਾਲੀ ਗੱਲ ਸੋਚਣਾ ਹੀ ਨਹੀਂ ਚਾਹੁੰਦੇ, ਪਰ ਪਤਾ ਨਹੀਂ ਜਦੋਂ ਉੱਠਦੇ ਉਹੀ ਗੱਲਾਂ ਹੋਣ ਲੱਗ ਪੈਂਦੀਆਂ। ਇਹਦਾ ਮਤਲਬ ਕਿ ਬਾਈਬਲ ਸਾਡੀ ਪਾਵਰ ਵਰਸਸ ਪਾਵਰ, ਤੁਹਾਡੀ ਪਾਵਰ ਘੱਟ ਆ ਤੇ ਤੁਹਾਡੀ ਪਾਵਰ ਜ਼ਿਆਦਾ ਹੋਊਗੀ, ਤੁਸੀਂ ਉਹਨਾਂ ਨੂੰ ਦਿਖਾ ਦੂੰਗੇ। ਮੇਰੇ ਸਪਿਰਚੁਅਲ ਫਾਦਰ ਪਾਸਟਰ ਅੰਕਲ ਨੂੰ ਜੀ ਕਹਿੰਦੇ ਕਿ ਰੀਅਲੀ ਜਿਹੜੀ ਪਾਵਰ ਵੱਧ ਜਾਂਦੀ ਆ ਉਹ ਦੂਸਰੇ ਨੂੰ ਹਰਾ ਦਿੰਦੀ ਹੈ। ਹਾਲੇਲੂਇਆ। ਤੇ ਤੁਹਾਡੀ ਪਾਵਰ ਜਿਹੜੀ ਆ ਬਲੈਸਿੰਗ ਦੀ ਪਾਵਰ ਵੱਧ ਗਈ, ਤੁਸੀਂ ਪਾਵਰਟੀ ਨੂੰ ਹਰਾ ਦੇਣਾ, ਤੁਸੀਂ ਬੇਰੁਜ਼ਗਾਰੀ ਨੂੰ ਹਰਾ ਦੇਣਾ, ਤੁਸੀਂ ਉਹਨੂੰ ਆਪਣੇ ਪੈਰਾਂ ਦੇ ਥੱਲੇ ਨੋਚ ਦੇਣਾ। ਹਾਲੇਲੂਇਆ। ਗੱਲ ਤਾਂ ਇੱਥੇ ਹੀ ਆ ਨਾ। ਜਦ ਦੇਖੋ ਇੱਕ ਟਾਈਮ ਹੁੰਦਾ ਆ ਆਪਣੀ ਲਾਈਫ ਦੇ ਵਿੱਚ ਪਰਮੇਸ਼ਰ ਆਪਾਂ ਨੂੰ ਬਣਾਉਂਦੇ ਆ, ਸਰਕਮਟੈਂਸਿਸ ਇਸ ਤਰ੍ਹਾਂ ਦੀਆਂ ਹੁੰਦੀਆਂ, ਹਾਲਾਤ ਇਸ ਤਰ੍ਹਾਂ ਦੇ ਹੁੰਦੇ ਆ ਨਾ, ਪਰ ਜੇ ਤੁਹਾਨੂੰ ਰੀਅਲ ਪਤਾ ਲੱਗ ਗਿਆ ਤੁਸੀਂ ਕੌਣ ਆ, ਤੁਸੀਂ ਅਬਰਾਹਮ ਦੀ ਵੰਸ਼ ਦੇ ਆ। ਅਬਰਾਹਮ ਦੀ ਵੰਸ਼ ਦੇ ਵਿੱਚ ਬਲੈਸਿੰਗ ਯੂ ਨੋ ਦੈਟ ਕਿਹੜੀ ਰਿਲੀਜ਼ हुई ਸੀਗੀ 12 चैप्टर ਦੇ ਵਿੱਚ ਆਨੇ ਇੱਥੇ ਕੀ ਲਿਖਿਆ, यहोवा ने अब्राहम से कहा अपने देश और अपने कुटुंबियों और अपने पिता के घर को छोड़कर उस देश में चला जा जो तुझे दिखाऊंगा और मैं तुझसे एक बड़ी जात बनाऊंगा, तुझे आशीष दूंगा। इतने परमेश्वर ने वर्ड रिलीज किया। यू नो बाइबल ਦੇ ਵਿੱਚ ਇੰਨੇ ਚੈਪਟਰ ਲੰਘ ਗਏ, ਉਸ ਤੋਂ ਬਾਅਦ ਕੀਨ ਦੇ ਪੁੱਤਰਾਂ ਨੂੰ ਹੈ ਨਾ, ਮਤਲਬ ਨੂਹ ਦੇ ਪੁੱਤਰਾਂ ਨੂੰ ਬਲੈਸਿੰਗ ਮਿਲੀ, ਆਈ ਬਲੈਸ ਯੂ ਬੀ ਮਲਟੀਪਲਾਈ।
उस तो बाद 12 चैप्टर च आई ब्लैस यू वर्ड रिलीज होया हालेलुया। इन्ने चैप्टरां च ब्लैसिंग कित्थे चले गई हालेलुया, क्योंकि उन्हां दे मन च जो कुछ भी उत्पन्न हुंदा सी वो बुरा ही हुंदा सी हालेलुया। ब्लैसिंग ਨੂੰ ਲੈਣ ਵਾਲੇ ਨਹੀਂ ਸੀ, ਪਰਮੇਸ਼ਵਰ ਨੇ ਨਹੀਂ ਕਿਹਾ ਕਿਸੇ ਨੂੰ ਆਈ ਬਲੈਸ ਯੂ ਹਾਲੇਲੂਇਆ। ਈਵਨ ਪਰਮੇਸ਼ਵਰ ਨੇ ਜਲ ਪ੍ਰਲਾਹ ਦੇ ਵਿੱਚ ਸਾਰਾ ਕੁਝ ਫਿਨਿਸ਼ ਕਰਤਾ, ਸਾਰੇ ਬੰਦੇ ਫਿਨਿਸ਼ ਕਰ ਦਿੱਤੇ, ਯੂ ਨੋ ਦੈਟ। ਤਦ ਵੀ ਪਰਮੇਸ਼ਵਰ ਨੇ ਨੂੰਹ ਨੂੰ ਨਹੀਂ ਕਿਹਾ ਆਈ ਬਲੈਸ ਯੂ, ਪਰਮੇਸ਼ਵਰ ਨੇ ਨੂੰਹ ਦੇ ਮੁੰਡਿਆਂ ਨੂੰ ਕਿਹਾ ਆਈ ਬਲੈਸ ਯੂ ਹਾਲੇਲੂਇਆ। ਕਿ ਪਰਮੇਸ਼ਵਰ ਨੂੰ ਪਤਾ ਸੀਗਾ ਨੂੰਹ ਨੇ ਐਂਡ ਦੇ ਡੇਜ਼ ਦੇ ਵਿੱਚ ਡਰਿੰਕ ਕਰ ਲਈ ਸੀ, ਨਸ਼ਾ ਕਰ ਲਿਆ ਸੀ। ਜਦੋਂ ਉਹਦੀ ਲਾਈਫ ਦੇ ਵਿੱਚ ਬਲੈਸਿੰਗ ਰਿਲੀਜ਼ ਹੋਣੀ ਸੀ ਨਾ, ਉਦੋਂ ਉਹਨੇ ਨਸ਼ਾ ਕਰ ਲਿਆ ਸੀਗਾ। ਬਾਈਬਲ ਦੇ ਵਿੱਚ ਬਹੁਤ ਸਾਰੇ ਕਹਿੰਦੇ ਕਿ ਨਸ਼ਾ ਕਰਨਾ ਕਿੱਥੇ ਮਨਾ ਆ। ਤੁਹਾਡੇ ਘਰ ਦੇ ਵਿੱਚ ਬਲੈਸਿੰਗ ਕਾਹਤੇ ਨਹੀਂ ਹੈ ਜਦੋਂ ਕਿਸੇ ਨਾ ਕਿਸੇ ਐਡਿਕਸ਼ਨ ਦੇ ਨੀਚੇ ਅਜੇ ਵੀ ਤੁਹਾਡਾ ਘਰ ਆ ਹਾਲੇਲੂਇਆ। ਜੇ ਘਰ ਦੇ ਵਿੱਚ ਨਸ਼ੇ ਦੀ ਸਪਿਰਿਟ ਆ, ਕੋਈ ਵੀ ਬੀੜੀ ਕੁਛ ਵੀ ਪੀਂਦੇ ਆ ਨਾ, ਇਹਦਾ ਰੀਜ਼ਨ ਆ ਕਿ ਬਲੈਸਿੰਗ ਕਾਹਤੇ ਨਹੀਂ ਆ ਰਹੀ, ਕਿਉਂਕਿ ਇੱਕ ਐਡਿਕਸ਼ਨ ਨੇ, ਇੱਕ ਸਪਿਰਿਟ ਨੇ ਤੁਹਾਡੇ ਘਰ ਦੇ ਉੱਤੇ ਕਬਜ਼ਾ ਕੀਤਾ ਹੋਇਆ ਹਾਲੇਲੂਇਆ। ਫਿਰ ਆਪਾਂ ਪਰਮੇਸ਼ਰ ਨੂੰ ਇਹ ਚੀਜ਼ ਨਹੀਂ ਕਹਿ ਸਕਦੇ ਪਰਮੇਸ਼ਰ ਸਾਨੂੰ ਸਾਡੇ ਘਰ 'ਚ ਉੱਦਾਂ ਦੀ ਬਲੈਸਿੰਗ ਕਾਹਤੇ ਨਹੀਂ ਹੈ। ਪਰਮੇਸ਼ਰ ਨੇ ਕਹਿਣਾ ਕਿਉਂਕਿ ਤੂੰ ਦੁਸ਼ਟ ਆਤਮਾ ਨਾਲ ਸਾਂਝੀ ਕੀਤੀ ਹੋਈ ਹੈ, ਤੂੰ ਜਾਰੀ ਪਾਈ ਹੋਈ ਹੈ ਉਹਦੇ ਨਾਲ, ਹੈ ਨਾ। ਮੈਂ ਕਿੱਦਾਂ ਨਿਕਲ ਦੁਸ਼ਟ ਆਤਮਾ ਪੂਰਾ ਅਧਿਕਾਰ ਨਾਲ ਕਹਿਣਾ ਹਾਂ ਅਸੀਂ ਨਹੀਂ ਜਾਣਾ, ਕਿਉਂਕਿ ਸਾਨੂੰ ਤਾਂ ਇੱਥੇ ਖੁੱਲ੍ਹਾ ਇਨਵੀਟੇਸ਼ਨ ਹਾਲੇਲੂਇਆ। ਯੂਥ ਪਰਮੇਸ਼ਰ ਤੁਹਾਨੂੰ ਕਿਉਂ ਨਹੀਂ ਬਲੈਸ ਕਰਦਾ ਜਦੋਂ ਅੱਜ ਆਪਾਂ ਲਸਟ ਸਪਿਰਿਟ ਦੇ ਅੰਦਰ ਆ, ਜਦੋਂ ਆਪਾਂ ਨੂੰ ਕਿਸੇ ਨੇ ਇੱਕ ਲੜਕੇ ਨੇ ਕਿਸੇ ਲੜਕੀ ਨੂੰ ਕਹਿਤਾ ਪ੍ਰਪੋਜ਼ ਕਰਤਾ ਹੈ ਨਾ, ਉਹਦੇ ਬਾਰੇ ਸੋਚਣ ਲੱਗ ਪਿਆ ਹੈ ਨਾ। ਆਪਾਂ ਕਿਹੜਾ ਕੁਝ ਕਰਦੇ ਆ। ਜਿਸਸ ਕ੍ਰਾਈਸਟ ਕਹਿੰਦੇ ਪਹਿਲੇ ਸਮੇਂ ਦੇ ਵਿੱਚ ਇੱਦਾਂ ਹੁੰਦਾ ਸੀਗਾ, ਜੇ ਕੋਈ ਕਿਸੇ ਨਾਲ ਜਨਾਹ ਕਰ ਲਵੇ, ਗਲਤ ਕੰਮ ਕਰ ਲਵੇ, ਵਿਚਾਰ ਕਰ ਲਵੇ, ਉਹਨੂੰ ਮੌਤ ਮਾਰ ਹੀ ਦਿੱਤਾ ਜਾਂਦਾ ਸੀਗਾ। ਪਰ ਜਿਸਸ ਕ੍ਰਾਈਸਟ ਕਹਿੰਦੇ ਅੱਜ ਯੂਥ ਤੁਸੀਂ, ਲੜਕਿਓ ਤੁਸੀਂ, ਜੇ ਤੁਸੀਂ ਬੁਰਾ ਤੁਹਾਡੇ ਮਨ ਦੇ ਵਿੱਚ ਸੋਚ ਵੀ ਲਿਆ, ਤੁਸੀਂ ਵਿਚਾਰ ਕਰ ਚੁੱਕੀਆਂ ਹਾਲੇਲੂਇਆ ਹਾਲੇਲੂਇਆ। ਫਿਰ ਆਪਾਂ ਪਰਮੇਸ਼ਰ ਨੂੰ ਨਹੀਂ ਕਹਿ ਸਕਦੇ ਪਰਮੇਸ਼ਰ ਅਸੀਂ ਬਲੈਸ ਕਰਦੇ ਨਹੀਂ ਆ, ਕਿਉਂਕਿ ਪਰਮੇਸ਼ਰ ਨੇ ਕਹਿਣਾ ਜਦੋਂ ਤੇਰਾ ਕਨੈਕਸ਼ਨ ਮੇਰੇ ਨਾਲ ਹੋਣ ਦਾ ਟਾਈਮ ਸੀ, ਉਦੋਂ ਤੇਰਾ ਕਨੈਕਸ਼ਨ ਉਸ ਗੱਲ ਵੱਲ ਹੋ ਗਿਆ ਸੀਗਾ ਕਿ ਉਹ ਮੁੰਡੇ ਨੇ ਮੈਨੂੰ ਇੱਦਾਂ ਕਿਹਾ ਸੀਗਾ, ਮੈਂ ਸੱਚੀ ਸੋਹਣੀ ਆ, ਮੈਂ ਇੱਦਾਂ ਆ, ਮੈਂ ਉੱਦਾਂ ਆ ਨਾ। ਇਹ ਸ਼ੈਤਾਨ ਦੇ ਹਥਿਆਰ ਹਾਲੇਲੂਇਆ। ਯੂਥ ਬੀ ਅਲਰਟ ਫॉर योर स्पिरिचुअल ਲਾਈਫ, ਯੂ ਨੋ ਦੈਟ, ਕਿਉਂਕਿ ਪਵਿੱਤਰਤਾਈ ਦਾ ਸ਼ੈਤਾਨ ਦੇ ਕੋਲ ਤੋੜ ਨਹੀਂ ਆ। ਜੇ ਪਵਿੱਤਰਤਾਈ ਦੇ ਵਿੱਚ ਅੱਜ ਲੜਕੀਆਂ ਖੜੀਆਂ ਹੋ ਜਾਣ, ਮੈਂ ਕਿਹਾ ਤੁਸੀਂ ਅਬਰਾਹਮ ਦੀਆਂ ਬੱਚੀਆਂ ਆ, ਹੈ ਨਾ। ਜੇ ਅਬਰਾਹਮ ਦੀਆਂ ਬੱਚੀਆਂ ਆ ਤੇ ਆਸ਼ੀਸ਼ ਵੀ ਅਬਰਾਹਮ ਦੀਆਂ ਬੱਚੀਆਂ ਵਰਗੀ ਹੋਣੀ ਚਾਹੀਦੀ ਹੈ ਹਾਲੇਲੂਇਆ। ਕਾਹਤੇ ਨਹੀਂ ਆਸ਼ੀਸ਼ ਹੈਗੀ ਕਿ ਕਿਤੇ ਨਾ ਕਿਤੇ ਕਨੈਕਸ਼ਨ ਵਿਗੜੇ ਹੋਏ ਆ ਹਾਲੇਲੂਇਆ। ਜਦੋਂ ਮਾਰਨਿੰਗ ਉੱਠਦੇ ਸਮੇਂ ਆ, ਉਸੇ ਟਾਈਮ ਸਾਡੇ ਮਨ ਦੇ ਵਿੱਚ ਉਹ ਚੀਜ਼ਾਂ ਆ ਜਿਹੜੀਆਂ ਪਰਮੇਸ਼ਰ ਨਹੀਂ ਚਾਹੁੰਦੇ। ਯੂ ਨੋ ਦੈਟ ਨਿਊ ਦੇ ਸਮੇਂ ਪਰਮੇਸ਼ਰ ਫਿਨਿਸ਼ਡ ਕਾਹਤੇ ਕਰ ਰਿਹਾ ਸੀ ਸਭ ਕੁਝ, ਕਰਸ ਕਾਹਤੇ ਕਰ ਰਿਹਾ ਸੀ ਸਭ ਕੁਝ, ਕਿਉਂਕਿ ਕਨੈਕਸ਼ਨ ਗਲਤ ਸੀਗੇ। ਪਾਪਾ ਕਹਿੰਦੇ ਤੁਹਾਡੇ ਅੰਟੀਨੇ ਹੀ ਹਿੱਲੇ ਹੋਏ ਆ, ਮੇਰੇ ਬੱਚੇ ਨੂੰ ਬਾਹਰ ਕਹਿੰਦੇ ਤੁਹਾਡੇ ਅੰਟੀਨੇ ਹੀ ਹਿੱਲੇ ਹੋਏ ਆ ਹਾਲੇਲੂਇਆ। ਫਿਰ ਕਰੰਟ ਕਿੱਧਰੋਂ ਆਜੂ ਹੈ ਨਾ, ਕਿੱਧਰੋਂ ਕਨੈਕਸ਼ਨ ਪੈਣਗੇ ਨਾ। ਕਨੈਕਸ਼ਨ ਹੋਲੀ ਸਪਿਰਿਟ ਨਾਲ ਕਰਨੀ ਹੈ, ਕਨੈਕਸ਼ਨ ਪਵਿੱਤਰ ਆਤਮਾ ਨਾਲ ਕਰਨੀ ਹੈ। ਪਵਿੱਤਰ ਆਤਮਾ ਤੁਹਾਨੂੰ ਗਾਈਡ ਕਰੇ ਕਰਨਾ ਕੀ ਹੈ ਤੁਸੀਂ ਆਪਣੀ ਲਾਈਫ ਦੇ ਵਿੱਚ ਹਾਲੇਲੂਇਆ। ਹੁਣ ਪਰਮੇਸ਼ਰ ਨੇ ਯੂ ਨੋ ਦੈਟ ਜਸਟ ਇੰਨਾ ਹੀ ਨਹੀਂ ਕਿਹਾ ਅਬਰਾਹਮ ਨੂੰ, ਸਾਰਿਆਂ ਨੂੰ ਪਰਮੇਸ਼ਰ ਨੇ ਬੀ ਮਲਟੀਪਲਾਈ ਬੀ ਫਰੂਟਫੁਲ ਕਿਹਾ, ਬਟ ਅਬਰਾਹਮ ਦੇ ਲਈ ਸਪੈਸ਼ਲ ਆਸ਼ੀਸ਼ਾਂ ਬੋਲੀਆਂ ਗਈ, ਬੋਲ ਕੇ ਪਰਮੇਸ਼ਰ ਨੇ ਕਿਹਾ। ਸੁਣਦੇ ਹੋ ਬਲੈਸਿੰਗ, ਸਾਰਿਆਂ ਨੂੰ ਇੰਟਰਸਟ ਪੈਦਾ ਹੋ ਰਿਹਾ ਹੈ, ਕਿਉਂਕਿ ਮੈਂ ਤਾਂ ਹੀ ਇਸ ਵਚਨ ਦੇ ਵਿੱਚ ਅੱਗੇ ਜਾਊਂਗੀ ਕਿ ਤੁਹਾਨੂੰ ਅਰਥ ਪਤਾ ਲੱਗੇ ਕਿ ਬਲੈਸਿੰਗ ਹੁੰਦੀ ਕੀ ਆ। ਅੱਜ ਤੋਂ ਬਾਅਦ ਕਿਸੇ ਨੂੰ ਬਿਨਾਂ ਗੱਲ ਤੋਂ ਆਈ ਬਲੈਸ ਯੂ ਨਹੀਂ ਕਰਨਾ ਹਾਲੇਲੂਇਆ। ਕਿਉਂਕਿ ਦੇਖੋ ਜੇ ਇੱਕ ਮਨ ਦੇ ਵਿੱਚ ਦੁਸ਼ਟਤਾ ਭਰੀ ਹੋਈ ਹੈ, ਇੱਕ ਮਨ ਦੇ ਵਿੱਚ ਜੇ ਬੁਰੇ ਵਿਚਾਰ ਆ, ਤੁਹਾਨੂੰ ਇੱਕ ਇਨਸਾਨ ਦਾ ਆਤਮਾ ਨੂੰ ਖੁਦ ਨੂੰ ਜਾਣਦਾ ਆ ਉਹ ਕਿੱਦਾਂ ਦਾ ਆ। ਜੇ ਤੁਹਾਡੇ ਮਨ ਦੇ ਵਿੱਚ ਅੱਜ ਕਿਸੇ ਦੇ ਲਈ ਚੁਗਲੀ ਆ, ਨਿੰਦਿਆ, ਬੁਰੀ ਭਾਵਨਾ ਆ, ਤੁਸੀਂ ਕਿਸੇ ਨੂੰ ਕਹਿ ਦੇਣਾ ਕਿ ਆਈ ਬਲੈਸ ਯੂ, ਉਹ ਤੁਹਾਡੀ ਬੁਰੀ ਭਾਵਨਾ ਉਹਦੇ ਉੱਤੇ ਲੱਗ ਜਾਣ ਹਾਲੇਲੂਇਆ। ਫਿਰ ਤੁਸੀਂ ਮਸੀਹ ਲੋਕ ਆ, ਹੈ ਨਾ। ਗॉड ਸੈਡ ਤੁਹਾਡੀ ਹਾਂ ਦੀ ਹਾਂ, ਤੁਹਾਡੀ ਨਾ ਦੀ ਨਾ ਹੋਣੀ ਚਾਹੀਦੀ ਹੈ। ਉਹ ਬਲੈਸਿੰਗ ਲੱਗ ਜਾਣੀ, ਉਹ ਕਰਸ ਵੀ ਲੱਗ ਜਾਣਾ ਜਿਹੜਾ ਤੁਸੀਂ ਬੋਲ ਦਿੱਤਾ, ਜੇ ਤੁਹਾਡੇ ਅੰਦਰ ਅੱਛਾ ਨਹੀਂ ਆ ਹਾਲੇਲੂਇਆ। ਮੇਰੇ ਸਪਿਰਿਚੁਅਲ ਸਨ, ਮੇਰੇ ਜਿੰਨੇ ਵੀ ਟੀਮ ਮੈਂਬਰਸ ਆ ਉਹ ਸਾਰੇ ਜਾਣਦੇ ਆ ਕਿ ਪਾਸਟਰ ਜੀ ਕਦੀ ਵੀ ਜਲਦੀ ਕਿਸੇ ਨੂੰ ਆਈ ਬਲੈਸ ਯੂ ਨਹੀਂ ਕਹਿੰਦੇ। ਮੈਂ ਵੈਸੇ ਵੀ ਪਹਿਲਾਂ ਵੀ ਨਹੀਂ ਕਹਿੰਦੀ ਸੀਗੀ, ਭੇਤ ਤਾਂ ਪਰਮੇਸ਼ਰ ਨੇ ਮੈਨੂੰ ਇੰਨਾ ਇਸ ਵੀਕ ਦੇ ਵਿੱਚ ਦੱਸਿਆ ਨਾ ਇਸ ਚੀਜ਼ ਦਾ। ਜਲਦੀ ਪਹਿਲਾਂ ਕਿਸੇ ਨੂੰ ਬਲੈਸ ਯੂ ਨਹੀਂ ਕਹਿੰਦੀ ਸੀ, ਜਦ ਤੱਕ ਪਰਮੇਸ਼ਰ ਮੈਨੂੰ ਖੁਦ ਨਾ ਕਵੇ ਕਿ ਇਸ ਪਰਸਨ ਨੂੰ ਬਲੈਸ ਯੂ ਕਹਿਣਾ ਹੈ ਹਾਲੇਲੂਇਆ। ਕਿਉਂਕਿ ਯੂ ਨੋ ਦੈਟ ਆਪਾਂ ਬਾਈਬਲ ਉਹ ਪ੍ਰਜਾ ਆ, ਉਹ ਪਰਮੇਸ਼ਰ ਦੀ ਨਿਜ ਪ੍ਰਜਾ, ਉਹ ਜਾਜਕ ਲੋਕ ਆ ਜਿਨ੍ਹਾਂ ਦੇ ਮੂੰਹ ਦੇ ਸ਼ਬਦਾਂ ਦੇ ਨਾਲ ਲੋਕਾਂ ਦੀ ਜ਼ਿੰਦਗੀ ਬਣ ਵੀ ਜਾਣੀ ਤੇ ਲੋਕਾਂ ਦੀ ਜ਼ਿੰਦਗੀ ਢਹਿ ਵੀ ਜਾਣੀ ਹੈ ਹਾਲੇਲੂਇਆ ਹਾਲੇਲੂਇਆ। ਹੁਣ परमेश्वर ने आशीष केड़ी देती? परमेश्वर ने कहा मैं तुझे आशीर्वाद देता हूँ, उन्हें मैं आशीष दूंगा। और द्वारों पढ़ दिया की लिखा, मैं तुझे आशीष दूंगा, तेरा नाम महान करूंगा। परमेश्वर कहते मैं कल आशीष ही नहीं दूंगा, तेरा नाम भी महान कर दूंगा। ठीक है,
उस तो बाद की क्या, और तू आशीष का मूल होगा, तू आशीष का मूल होगा। जो तुझे आशीर्वाद देंगे उन्हें आशीष दूंगा, और जो तुझे कोसेंगे उन्हें मैं श्राप दूंगा, और भूमंडल के सारे कुल तेरे द्वारा आशीष पाएंगे। हालेलुया, हालेलुया। परमेश्वर ने अब्राहम ਨੂੰ ਕਿਹਾ मैं तेनों आशीष देना है, मैं तेनों आशीर्वाद देना है, मैं तेनों महान करूंगा। ਅੱਜ ਤੱਕ ਵੀ ਪੂਰੇ ਵਰਲਡ ਦੇ ਵਿੱਚ ਯਹੂਦੀ ਲੋਕ ਸਭ ਤੋਂ ਜ਼ਿਆਦਾ ਆ, ਉਹ ਕਿੱਥੋਂ ਪੈਦਾ ਹੋਇਆ? ਅਬਰਾਹਮ ਤੋਂ। ਮਸੀਹ ਲੋਕ ਕਿੱਥੋਂ? ਥਰਡ, ਹਰ ਤੀਜਾ ਬੰਦਾ ਜਿਹੜਾ ਕ੍ਰਾਈਸਟ ਵਿੱਚ ਆ, ਕਿੱਥੋਂ ਪੈਦਾ ਹੋਇਆ? ਅਬਰਾਹਮ ਤੋਂ। ਕਿ ਪਰਮੇਸ਼ਰ ਨੇ ਕਿਹਾ ਮੈਂ ਤੇਰਾ ਨਾਮ ਹੀ ਮਹਾਨ ਕਰ ਦੇਣਾ, ਮੈਂ ਤੈਨੂੰ ਆਸ਼ੀਸ਼ ਦਊਂਗਾ, ਤੂੰ ਆਸ਼ੀਸ਼ ਦਾ ਮੂਲ ਸਰੋਤ ਰਹੂੰਗਾ। ਜਿਹਨੂੰ ਤੇ ਤੁਹਾਨੂੰ ਪਤਾ ਹੋਊਗਾ, ਤੁਸੀਂ ਮਸੀਹ ਲੋਕ ਆ, ਤੁਸੀਂ ਆਪਣੇ ਏਰੀਆ ਦੇ ਲਈ ਬਲੈਸਿੰਗ ਦਾ ਕਾਰਨ ਆ। ਹਾਲੇਲੂਇਆ। ਤੁਹਾਨੂੰ ਦੂਸਰਿਆਂ ਤੋਂ ਬਲੈਸਿੰਗ ਮੰਗਣ ਦੀ ਲੋੜ ਨਹੀਂ, ਈਵਨ ਤੁਹਾਡੇ ਕਾਰਨ ਦੂਸਰੇ ਬਲੈਸ ਹੋਣੇ ਚਾਹੀਦੇ। ਹਾਲੇਲੂਇਆ। मैं तुहानू फॉर एग्जाम्पल दसदी, एग्जाम्पल दिनी हूँ। जिस जगह के उत्ते मेरी सलोन भी अकैडमी भी आ, मेरा बिजनेस भी है ना, जिस घर दे विच मैं परमेश्वर नाल कहा सी, परमेश्वर जे मैं इस घर दे विच गई ना, उत्थे उन्हां दी समोसे की दुकान तक नहीं चलती हुंदी सी, रेहड़ी भी नहीं चलती सी उन्हां दी। एंड मैं उस टाइम अजे वलंटियर भी नहीं बनी सी, मैं एक विश्वासी सी, पर विश्वासी पक्के वाली गल्लां वाली नहीं, है ना। मैं कहा परमेश्वर जो मैं तेरा नवा नियम इस घर दे विच लैके जाऊंगी, तो मैं इस घर दे विच मैं इन्नी गरीबी ने देखदी हां, परमेश्वर इस घर दे विच बदलाव होना शुरू हो जाए, है ना। यू नो दैट बाय फेथ मैं उस घर दे विच गई। तुसीं बिलीव करो, उन्हां दे घर दे विच एक पर्सन आया, उन्हां ने कहा कि असीं पैसा ला के देने, तुसीं दुकान पाओ। 3 लाख रुपया, 1 रुपया नहीं कोई उधार दिंदा। 3 लाख रुपया बंदे ने खड़े होकर उस घर के उत्ते लगा दिता। अज वो घर 3 मंजिली आ एंड मेरे सलोन के नाल। हालेलुया। ਤੁਸੀਂ ਬਲੈਸਿੰਗ ਆ, ਤੁਸੀਂ ਬਲੈਸ ਬੰਦੇ। ਕਿੱਦਾਂ ਪਤਾ ਲੱਗੂ? ਜਦੋਂ ਦੂਸਰਿਆਂ ਨੂੰ ਪਤਾ ਲੱਗੂ ਕਿ ਤੁਹਾਡੇ ਅੰਦਰੋਂ ਬਲੈਸਿੰਗਸ ਨਿਕਲਦੀਆਂ ਆ। ਹਾਲੇਲੂਇਆ। ਐਂਡ ਬਾਈ ਗॉड ਗ੍ਰੇਸ ਜਿਹੜੇ ਜਿਹੜੇ ਪਰਸਨ ਨਾਲ ਜੁੜੇ, ਅੱਜ ਪਰਮੇਸ਼ਰ ਉਹਨਾਂ ਨੂੰ ਬਲੈਸਡ ਕੀਤਾ। ਈਵਨ ਮੈਂ ਖਮਰਾ ਚਰਚ ਦੇ ਵਿੱਚ ਨਾ ਆਰਐਮਐਸ ਟੀਮ ਦੀ ਹੈੱਡ ਸੀਗੀ ਨਾ, ਉੱਥੇ ਮੇਰੇ ਨਾਲ ਇੱਕ ਵਲੰਟੀਅਰ ਸੀਗਾ। ਉਹ ਵਲੰਟੀਅਰ ਜਿਹੜਾ ਅਸਿਸਟੈਂਟ ਹੈੱਡ ਸੀਗਾ ਨਾ, ਮੇਰੇ ਨਾਲ ਪਰਸਨ ਸੀਗਾ। मैं उन्होंने हमेशा कहना, वो एक दुकान के उत्ते मोबाइलों की दुकान से रिपेयर करता सी। उसकी सैलरी पता कितनी सी? 7,000 सीगी। जो मैं उन्होंने कहना कि आप ना इदा एक्सट्रा डे सेवा करन आना ना, उन्होंने मैंने हमेशा कह देना, मेरे सर ने मैंने जवाब दे देना, उन्होंने मैंने कहना कि तू तू खा चर्च ही तुरिया ना, तू चल पा इतों इतों चल जा, मैं तेन जॉब तो कर देना। मैं छड़ दी। वो मेरे मुँह वाल देखी कि सिस्टर जी तू सच्ची कह रहे हैं मैं जॉब छड़ देवां? मैं कहा हाँ जी, मैं तुहानूं कह रही हूँ जॉब लीव करो तुसीं। उन्हें लड़के ने सोचा नहीं, जॉब छड़ दी। उस तो बाद उन्होंने 11,000 की जॉब मिली मोबाइलों की शॉप से, है ना। सुनो हजे हजे वो ब्लैसिंग नहीं सी, है ना। उन्हें 11,000 की जॉब के विच कीता, उत्थे भी सेम प्रॉब्लम, है ना। वो कहते वो मैंने छुट्टी नहीं देंगे, मैं छड़ दे भी, कहते ये भी छड़ दो, मैं छड्डो, है ना। 21,000 की जॉब मिली, है ना। यू नो दैट। फिर उसने मैंने कहा, कहते पास उदों तो सिस्टर कहते होंगे सी, उन्हें पास्टर जी कहते कि सच्ची मुच्ची है ना, वो वाला भी मैंने ये कह रहा कि संडे तेरा ऑफ कर देना। मैं कि संडे ऑफ कर दिया, 21,000 ਨੂੰ ठोकर मार, परमेश्वर तेरे लिए बैठा होया। बिलीव करो, ਉਹਦਾ ਅੱਜ ਅੰਮ੍ਰਿਤਸਰ ਦੇ ਵਿੱਚ ਵੱਡਾ ਮੋਬਾਈਲਾਂ ਦਾ ਸ਼ੋਰੂਮ ਆ। ਹਾਲੇਲੂਇਆ। क्योंकि जो कुछ भी ਅਸੀਂ परमेश्वर ਲਈ ਗਵਾਉਂਦੇ ਉਹ ਸਾਨੂੰ ਮਿਲਦਾ ਹੈ। ਹਾਲੇਲੂਇਆ। ਪਰ ਕਿੰਨਾ ਆਪਾਂ ਆਵਾਜ਼ ਨੂੰ ਫੋਲੋ ਕਰਦੇ ਹਾਂ। ਯੂ ਨੋ दैट ਉਹ ਲੜਕੇ ਨੂੰ ਇੰਨਾ ਪਤਾ ਸੀਗਾ ਕਿ ਜਿਹੜੇ ਮੇਰੇ ਹੈੱਡ ਬਣੇ ਹੋਏ ਆ ਇਸ ਟਾਈਮ, ਉਹ ਆਪਣੇ ਆਪ ਨਹੀਂ ਬਣੇ, ਪਰ ਬਾਈ ਗ੍ਰੇਸ ਗॉड ਦੀ ਪਾਵਰ ਨਾਲ ਬਣੇ ਆ। ਮੇਰੀ ਬਲੈਸਿੰਗ ਉਹਨਾਂ ਤੋਂ ਆ। ਉਹਨੇ ਹਰ ਟਾਈਮ ਹੰਬਲ ਰਿਹਾ, ਹਰ ਟਾਈਮ ਹੰਬਲ ਰਿਹਾ। परमेश्वर ने इन्ना ब्लैस किया। अज भी मैंने कॉल करदा हुंदा हुण, ईवन मैंने एक दिन कॉल करके कह रहे, कहते कि जिस जिथे उन्होंने मोबाइल का शोरूम आ ना, कहते मोरले साडे इन्ने सड़ते हैं सिस्टर जी, है ना। की करा, मेरा मन इदा हुंदा रहिंदा कि मैं कि देख, परमेश्वर का वचन कहता है मैं तेरे वैरियां के सामने ऐसा मेज विछाऊंगा जिते दुनिया की हर एक आशीष पई होगी ना। मैं कि वो सड़ रहे हैं, तुसीं अपने अंदर ओफेंस नहीं लैके आउणा। तुहानूं गॉड ज़्यादा ब्लैस कर रहा, तुसीं अपने आइडियाज़ उन्हां नाल शेयर करो, क्योंकि तुसीं किसी के गिरन का कारण नहीं बनना, तुसीं लोकां दे उठण का कारण बनना, है ना। वो कह रहे थे यही गल सी जिहड़ी मैनूं डिस्टर्ब कर रही सी, ते मैनूं लग रहा सीगा परमेश्वर मैं सही कर रहा, लोग मैनूं जैलसी काते कर रहे हैं। यू नो दैट ब्लैसिंग अब्राहम के उत्ते सी। गौरमेंट जिहड़ी सी हत्थ खड़े कर दिंदी सी, क्योंकि उन्होंने पता सी अब्राहम नूं इह कह दिता गया सीगा, आई ब्लैस यू, मैं तेरे नाम नूं महान करूंगा। जिस एरिया च भी चले जांदा सीगा, ਉਹੀ एरिया ब्लैस होण लग जांदा सीगा। ਉਹਦੀਆਂ ਭੇਡ ਬੱਕਰੀਆਂ ਦੀ ਗਿਣਤੀ ਤੱਕ ਨਹੀਂ ਹੁੰਦੀ ਸੀ, ਉਹਦੇ ਦਾਸ ਦਾਸੀਆਂ ਦੀ ਗਿਣਤੀ ਤੱਕ ਨਹੀਂ ਹੁੰਦੀ ਸੀ, ਇੰਨੀ ਬਲੈਸਿੰਗ, ਕਿਉਂਕਿ ਗॉड ਨੇ ਉਹਨੂੰ ਕਿਹਾ ਸੀ ਆਈ ਬਲੈਸ ਯੂ। ਹਾਲੇਲੂਇਆ। ਯੂ ਨੋ दैट गवर्नमेंट ਕਹਿੰਦੇ ਸੀ ਤੂੰ ਇੱਥੋਂ ਆਪਣਾ ਤੰਬੂ ਛੱਡ ਲੈ, ਸਾਨੂੰ ਡਰ ਆ ਕਿਤੇ ਤੂੰ ਸਾਰਾ ਕੁਝ ਕਬਜ਼ੇ 'ਚ ਨਾ ਲੈ ਲਵੇਂ। एंड सेम ब्लैसिंग इसहाक के उत्ते रिलीज हुई। जो अब्राहम जड़ा चले गया, उस तो बाद ब्लैसिंग के उत्ते आई इसहाक के उत्ते।
इसहाक जिथे भी जाता सीगा, यू नो दैट परमेश्वर ने ਉਹਦੇ ਉੱਤੇ ਇੰਨੀ ਓਵਰਫਲੋ ਬਲੈਸਿੰਗ ਸੀਗੀ। ਰੇਗਿਸਤਾਨ 'ਚ ਜਾਂਦਾ ਸੀਗਾ, ਯੂ नो दैट ਪਾਣੀ ਦੇ ਝਰਨੇ ਜਿਹੜੇ ਸੀ ਫੁੱਟ ਪੈਂਦੇ ਸੀਗੇ। ਹਾਲੇਲੂਇਆ। ਇੱਕ ਬੀਜ ਬੋਂਦਾ ਸੀਗਾ ਉੱਥੇ 100 ਗੁਣਾ ਆ ਜਾਂਦਾ ਸੀਗਾ। ਬਲੈਸਿੰਗ ਇਹਨੂੰ ਕਹਿੰਦੇ ਬਲੈਸਿੰਗ। ਅੱਜ ਆਪਾਂ ਕਹਿੰਦੇ ਉਹ ਤਾਂ ਬਲੈਸ ਬੰਦਾ ਆ, ਉਹ ਤਾਂ ਬਲੈਸ ਆ। ਹਾਲੇਲੂਇਆ। ਯੂ नो दैट ਮੇਰੇ ਮੈਂ ਕੱਲ ਮੈਂ ਪਰਸੋਂ ਮੈਂ ਪਰਮੇਸ਼ਵਰ ਦੇ ਅੱਗੇ ਰਿਪੈਂਟੈਂਸ ਕੀਤੀ ਇਸ ਗੱਲ ਦੇ ਲਈ। ਯੂ नो दैट ਮੈਂ ਕਹਿੰਦੀ ਸੀ ਮੈਂ ਕਿਸੇ ਨੂੰ ਵੀ ਗਲਤ ਸ਼ਬਦ ਨਹੀਂ ਕਹਿਣਾ ਨਾ। ਜੇ ਕੁਝ ਗਲਤ ਵੀ ਕਰਦੇ ਹੁੰਦੇ, ਮੇਰੇ ਬੱਚੇ ਨੇ ਕੁਝ ਗਲਤ ਕੀਤਾ, ਮੈਂ ਉਹਨੂੰ ਕਹਿੰਦੀ ਮੈਂ ਆਈ ਬਲੈਸ ਯੂ, ਮੈਂ ਥੱਪੜ ਮਾਰਨ ਨੂੰ ਮੈਂ ਕਹਿੰਦੀ ਮੈਂ ਤੈਨੂੰ ਬਲੈਸ ਕਰ ਦੇਣਾ ਹੈ। ਤੇ ਮੈਂ ਪਰਮੇਸ਼ਵਰ ਦੇ ਅੱਗੇ ਕਿਹਾ ਕਿ ਮੇਰੇ ਮੂੰਹ ਦੇ ਸ਼ਬਦ ਹਮੇਸ਼ਾ ਇਹੀ ਹੁੰਦੇ ਸੀਗੇ ਨਾ। ਮੇਰੀ ਬੱਚੀ ਨੂੰ ਪਤਾ ਸੀਗਾ ਕਿ ਜੇ ਮੰਮਾ ਮੈਨੂੰ ਕਹਿ ਰਹੇ ਤੈਨੂੰ ਬਲੈਸ ਕਰ ਦੇਣਾ, ਮੇਰੇ ਥੱਪੜ ਪੈਣਾ ਹੈ ਨਾ। ਉਹਨੇ ਦੌੜ ਜਾਣਾ, ਮੰਮਾ ਨਹੀਂ ਨਹੀਂ ਬਲੈਸ ਨਾ ਕਰਿਓ, ਮੈਂ ਚੱਲੀ ਹੈ ਨਾ। ਤੇ ਪਰ ਉਹਦੇ ਮੂੰਹ ਦੇ ਵਰਡਸ ਕੀ ਸੀ, ਮੈਨੂੰ ਬਲੈਸ ਨਾ ਕਰਿਓ ਹੈ ਨਾ। ਫਿਰ ਮੈਂ ਕਿਹਾ ਕਿ ਨਹੀਂ ਪਰਮੇਸ਼ਵਰ ਹੈ ਨਾ, ਕਿ ਚਾਹੇ ਮੈਂ ਚਾਹਨੀ ਮੇਰੇ ਮੂੰਹ ਦੇ ਸ਼ਬਦ ਜਿਹੜੇ ਆ ਅੱਛੇ ਹੀ ਨਿਕਲਣ, ਬਟ ਤਾਂ ਵੀ ਮੇਰੀ ਬੱਚੀ ਜੇ ਇਨਕਾਰ ਕਰ ਰਹੀ ਹੈ ਉਸ ਚੀਜ਼ ਨੂੰ ਲੈਣ ਦਾ ਨਾ, ਉਹ ਬਲੈਸਡ ਵਰਡ ਨਹੀਂ ਹੋਣਾ ਚਾਹੀਦਾ, ਮੇਰਾ ਵਰਡ ਚੇਂਜ ਹੋ ਜਾਣਾ ਚਾਹੀਦਾ ਹੈ ਨਾ। ਹਾਲੇਲੂਇਆ। ਕਿ ਆਪਾਂ ਨੂੰ ਕਦਰ ਹੋਣੀ ਚਾਹੀਦੀ। ਬਾਈਬਲ ਦੇ ਵਿੱਚ ਬਲੈਸਿੰਗ ਐਕਚੁਅਲ ਮਿਲੀ ਕਿਹਨਾਂ ਕਿਹਨਾਂ ਨੂੰ ਆ। ਯੂ नो दैट ਆਪਾਂ इसहाक ਦੇ ਵਿੱਚ ਗਿਆ, इसहाक ਨੂੰ ਬਲੈਸਿੰਗ ਮਿਲੀ। ਉਹ ਇਸ ਤਰ੍ਹਾਂ ਦਾ ਸੀਗਾ, ਗਵਰਨਮੈਂਟ ਨੇ ਯੂ नो दैट ਮੈਂ ਕੀ ਕਹਿ ਰਹੀ ਹਾਂ, ਕਿਤੇ ਆਪਾਂ ਨੂੰ ਵੀ ਪਤਾ ਆਪਾਂ ਹੁਣ ਇਸ ਉਪਜਾਊ ਭੂਮੀ ਦੇ ਵਿੱਚ ਆ ਨਾ, ਇੱਥੇ ਜੇ ਆਪਾਂ ਕੋਈ ਪਾਣੀ ਕੱਢਣਾ ਆ ਤੇ ਆਪਾਂ ਕੀ ਟੁੱਲੂ ਪੰਪ ਲਗਾਵਾਂਗੇ ਜਾਂ ਕੁਝ ਕਰਾਂਗੇ ਜਾਂ ਡੂੰਘਾ ਖੋਦਾਂਗੇ ਫਿਰ ਜਾ ਕੇ ਪਾਣੀ ਮਿਲਣਾ ਨਾ। ਕਿਉਂਕਿ ਜਦੋਂ ਪਾਣੀ ਆ ਜਾਂਦਾ ਇੱਕ ਘਰ 'ਚ ਬਲੈਸਿੰਗ ਆ ਜਾਂਦੀ ਹੈ ਨਾ। ਯੂ नो दैट ਐਫਰਟਸ ਕਰਾਂਗੇ ਨਾ, ਯੂ नो दैट ਕਿਉਂਕਿ ਅਬਰਾਹਮ ਨਾਲ ਪਰਮੇਸ਼ਰ ਦਾ ਇੱਦਾਂ ਦਾ ਪਿਆਰ ਸੀਗਾ। ਯੂ नो दैट ਜਸਟ इसहाक ਜਿਹੜਾ ਸੀਗਾ ਜਿੱਥੇ ਜਾਂਦਾ ਸੀ ਆਪਣੇ ਆਪ ਧਰਤੀ ਫਟ ਜਾਂਦੀ ਸੀ ਰੇਗਿਸਤਾਨ ਦੇ ਵਿੱਚੋਂ, ਝਰਨਾ ਫੁੱਟ ਪੈਂਦਾ ਸੀ। ਕਿੱਦਾਂ ਦੀ ਬਲੈਸਿੰਗਸ ਮਿਲਦਾ। ਹਾਲੇਲੂਇਆ। ਕਿੱਦਾਂ ਨਾ ਗਵਰਨਮੈਂਟ ਜਿਹੜੀ ਕਹਿੰਦੀ ਪਲੀਜ਼ ਸਾਡੇ ਨਾਲ ਤੂੰ ਬਾਜਾ ਮੰਨ ਲਾ, ਤੂੰ ਮੁੜ ਕੇ ਇਸ ਏਰੀਆ 'ਚ ਨਾ ਹੀ। ਹਾਲੇਲੂਇਆ। ਕਿਉਂਕਿ ਸਾਨੂੰ ਪਤਾ ਹੈ ਕਿਉਂਕਿ ਉਹ ਕੀ ਕਰਦਾ ਸੀ, इसहाक ਜਿੱਥੇ ਜਾਂਦਾ ਸੀਗਾ, ਜਿੱਥੇ ਉਹਦਾ ਜਲ ਦਾ ਸੋਤਰ ਫੁੱਟਦਾ ਸੀਗਾ, ਉਸ ਤੋਂ ਬਾਅਦ ਉੱਥੇ ਕੀ ਬਣਾਉਂਦਾ, ਖੂਹ ਬਣਾਉਂਦਾ ਸੀ। ਉਹਦੀ ਯਾਦਗਿਰੀ ਕਹਿੰਦੀ ਬਣਾਉਂਦੀ ਅਬਰਾਹਮ ਦੀ ਯਾਦਗਿਰੀ। ਤੇ ਉਹਨਾਂ ਨੂੰ ਡਾਊਟ ਹੋਣ ਲੱਗ ਪਿਆ ਸੀਗਾ ਕਿ ਕਿਤੇ ਸਾਰੀ ਧਰਤੀ ਨੂੰ ਇਹ ਖੂਹ ਤੇ ਖੂਹ ਨਿਕਲੀ ਜਾਂਦੇ ਪਏ, ਸਾਰੀ ਧਰਤੀ ਇਹੀ ਨਾ ਕਵੇ ਕਿ ਅਬਰਾਹਮ ਦੀ ਆ। ਜਿਸ ਪਰਸਨ ਅਬਰਾਹਮ ਨੂੰ ਪਰਮੇਸ਼ਰ ਨੇ ਕੀ ਕਿਹਾ ਸੀ, ਸਾਰੀ ਆਪਣੀ ਈਸਟ ਦੇਖ, ਨਾਰਥ ਦੇਖ, ਸਾਊਥ ਦੇਖ, ਚਾਰੋਂ ਦਿਸ਼ਾਵਾਂ 'ਚ ਦੇਖ ਲਾ, ਜੋ ਕੁਛ ਤੂੰ ਦੇਖ ਸਕਦਾ ਉਹ ਤੂੰ ਲੈ ਸਕਦਾ। ਗਵਰਨਮੈਂਟ ਵੀ ਕੀ ਕਰੂਗੀ, ਉਹ ਬਲੈਸਿੰਗ ਤਾਂ ਗੋਡ ਨੇ ਦਿੱਤੀ ਸੀ। ਹਾਲੇਲੂਇਆ। ਜਿਹਨੂੰ ਪਰਮੇਸ਼ਰ ਬਲੈਸ ਕਰਦੇ, ਕੀ ਦੁਨੀਆ ਕਰਸ ਕਰ ਸਕਦੀ ਹੈ, ਕਿ ਲੋਕੀ ਕਰਸ ਕਰ ਸਕਦੇ ਆ, ਪੋਸੀਬਲ ਨਹੀਂ ਹੈਗਾ। ਹਾਲੇਲੂਇਆ। ਹਾਲੇਲੂਇਆ। ਯੂ नो दैट ਕਿੱਦਾਂ ਦੀ ਬਲੈਸਿੰਗ ਸੀਗੀ इसहाक ਦੇ ਉੱਤੇ। ਦੈਨ ਜਿਹੜੀ ਬਲੈਸਿੰਗ ਸੀਗੀ ਨਾ, ਪਰਮੇਸ਼ਰ ਤਾਂ ਚਾਹੁੰਦੇ ਹਰ ਇੱਕ ਪਰਸਨ ਬਲੈਸ ਹੋਵੇ। ਯੂ नो दैट ਬਲੈਸਿੰਗ ਜਿਹੜਾ ਨੈਕਸਟ ਚੈਪਟਰਸ ਦੇ ਵਿੱਚ ਲਿਖਿਆ, ਬਲੈਸਿੰਗ ਕਿਹਨੂੰ ਮਿਲਣੀ ਸੀਗੀ, ਮੈਂ ਵਿੱਚੋਂ ਤੁਹਾਨੂੰ ਪੜ੍ਹ ਕੇ ਸੁਣਾ ਰਹੀ ਹਾਂ ਨਾ, ਕਿਉਂਕਿ ਮੈਨੂੰ ਆ ਕਿ ਤੁਹਾਨੂੰ ਐਨ ਅੱਛੇ ਤਰੀਕੇ ਨਾਲ ਸਮਝ ਲੱਗੇ। ਆਈ ਥਿੰਕ ਆਲਮੋਸਟ ਸਾਰੇ ਮਸੀਹ ਆ, ਮਸੀਹ 'ਚ ਪ੍ਰਭੂ ਚਰਚ 'ਚ ਜਾਂਦੇ ਆ ਨਾ ਸਾਰੇ, ਸਾਰਿਆਂ ਨੂੰ ਪਤਾ ਅਬਰਾਹਮ ਕੌਣ ਹੈ, इसहाक ਕੌਣ ਹੈ, ਯਾਕੂਬ ਕੌਣ ਹੈ, ਪਤਾ ਹੈ ਸਾਰਿਆਂ ਨੂੰ ਹੈ ਨਾ। ਯੂ नो दैट ਹੁਣ इसहाक ਨੇ ਬਲੈਸਿੰਗ ਦੇਣੀ ਸੀਗੀ ਆਪਣੇ ਬੇਟੇ ਨੂੰ ਹੈ ਨਾ, ਬਟ ਉਹ ਚਾਹੁੰਦਾ ਸੀ ਬਲੈਸਿੰਗ ਕਿਹਨੂੰ ਮਿਲੇ, ਇਸਾਕ ਨੂੰ ਮਿਲੇ, ਕਿਉਂਕਿ ਉਹ ਦੇਖਣ ਨੂੰ ਸੋਹਣਾ ਸੀਗਾ, ਦੇਖਣ ਨੂੰ ਸੂਰਵੀਰ ਸੀਗਾ, ਉਹ ਜੰਗਲਾਂ 'ਚ ਜਾਂਦਾ ਸੀਗਾ ਤੇ ਮਾਸ ਲੈ ਕੇ ਆਉਂਦਾ ਸੀ। ਉਹਨੂੰ ਉਹ ਪ੍ਰਭਾਵਸ਼ਾਲੀ ਸੀ, ਉਹਦੀ ਲਈ ਉਹ ਪ੍ਰਭਾਵਸ਼ਾਲੀ ਸੀ, ਅਫੈਕਟਡ ਸੀਗਾ। ਯੂ नो दैट ਪਰ ਧੋਖਾ ਕੀਤਾ, ਯਾਕੂਬ ਨੇ ਧੋਖਾ ਕੀਤਾ। ਉਹਦੇ ਨਾਮ ਦਾ ਮਤਲਬ ਹੀ ਧੋਖਾ ਸੀਗਾ, ਧੋਖਾ ਕਰਨਾ ਸੀ ਨਾ। ਉਹਨੇ ਕੀ ਕੀਤਾ, ਆਪਣੇ ਮਾਂ ਦੇ ਕਹਿਣ ਦੇ ਨਾਲ ਉਹਦੇ ਕੱਪੜੇ ਪਾ ਲਏ, ਉਹਦੇ ਕੱਪੜੇ ਪਾ ਕੇ ਉਸ ਤੋਂ ਬਾਅਦ ਆਪਣੇ ਪਿਤਾ ਤੋਂ ਬਲੈਸਿੰਗ ਲੈਣ ਚਲੇ ਗਿਆ। ਯੂ नो दैट ਇੱਕ ਮੈਂ ਤੁਹਾਨੂੰ ਗੱਲ ਦੱਸਣਾ ਚਾਹਦੀ ਹਾਂ, ਇੱਥੇ 27 ਆਇਤ ਦੇ ਵਿੱਚ ਲਿਖਿਆ ਆ, 26 ਦੇ ਵਿੱਚ ਲਿਖਿਆ ਹੋਇਆ है, जब उसके पिता इसहाक ने उससे कहा, हे मेरे पुत्र, निकट आकर मुझे चूम। उसने निकट जाकर उसको चूमा और उसने उसके वस्त्रों की सुगंध पाकर उसको ये आशीर्वाद दिया। इतने की लिखा हुआ है, उसने उसके वस्त्रों का सुगंध पाकर उसको आशीर्वाद दिया। इतनी गल करते वस्त्र की सुगंध का मतलब की, कभी सोचा वस्त्र की सुगंध का मतलब की? ਅੱਜ ਦੇ ਮਸੀਹ ਲੋਕ ਆ ਨਾ, ਤੁਹਾਡੀ ਲਾਈਫ ਦੇ ਉੱਤੇ ਗਲੋਰੀ ਦੇ ਕੱਪੜੇ ਹੋਣੇ ਚਾਹੀਦੇ ਆ। ਲੋਕ ਜਾਣਨ ਕਿ ਹਾਂ ਇਹ ਪਰਸਨ ਗਲੋਰੀ ਵਾਲਾ ਆ, ਇਹਦੀ ਲਾਈਫ 'ਚ ਕੁਝ ਹੁੰਦਾ ਪਿਆ। ਹੁਣ ਬਲੈਸਿੰਗ ਰਿਲੀਜ਼ ਕਰਨ ਤੋਂ ਪਹਿਲਾਂ ਪਰਮੇਸ਼ਰ ਦੇਖਦਾ ਆ ਉਸ ਬੰਦੇ ਨੂੰ ਬਲੈਸ ਕਰਦਾ ਜਿਹਦੇ ਦੁਆਰਾ ਦੂਜੇ ਲੋਕ ਬਲੈਸ ਹੋ ਪਾਉਣ। ਅੰਕੁਰ ਪਾਪਾ ਕਹਿੰਦੇ ਤੁਸੀਂ ਕਹਿੰਦੇ ਕਿ ਸਾਡੇ ਘਰ ਆ ਜਾਵੇ, ਸਾਡੇ ਘਰ ਆ ਬਲੈਸਿੰਗ ਆ ਜਾਵੇ, ਕਾਹਦੀ ਆਵੇ, ਰੀਜ਼ਨ ਦੱਸੋ ਤੇ ਤੁਹਾਨੂੰ ਪਰਮੇਸ਼ਰ ਧੰਨ ਦੇਵੇ। ਉਸ ਧੰਨ ਨਾਲ ਕਿੰਨਾ ਤੁਸੀਂ ਬੋਨੇ ਆ ਦੱਸੋ ਮੈਨੂੰ, ਹੈ ਨਾ। ਜੇ ਤੁਹਾਡੇ ਘਰ ਪਰਮੇਸ਼ਰ ਤੁਹਾਨੂੰ ਕੁਝ ਵੀ ਬਲੈਸਿੰਗ ਦੇਵੇ, ਤੁਸੀਂ ਦੂਸਰੇ ਨਾਲ ਕਿੰਨਾ ਕੁ ਜ਼ਿਆਦਾ ਦੂਸਰੇ ਦਾ ਕਰਦੇ ਹੋ ਕਿ ਤੁਹਾਡੀ ਲਾਈਫ 'ਚ ਬਲੈਸਿੰਗ ਆਵੇ, ਹੈ ਨਾ। ਸੋ ਦੈਟ ਇੱਥੇ ਹਮੇਸ਼ਾ ਜਿਹੜਾ ਯਾਕੂਬ ਦਾ ਪਾਪਾ ਸੀ, इसहाक ਸੀਗੇ ਨਾ, ਉਹਨਾਂ ਨੂੰ ਇਹੀ ਲੱਗਦਾ ਹੁੰਦਾ ਸੀ ਜਿਹੜਾ ਵੱਡੇ ਵਾਲਾ ਮੁੰਡਾ ਆ ਮੇਰਾ ਨਾ, ਇਸਾਕ ਜਿਹੜਾ ਆ,
ਉਹ ਸ਼ਿਕਾਰ ਕਰਨ ਜਾਂਦਾ ਹੈ। ਇਹ ਜਿਹੜਾ ਹੋਣਾ ਯੋਧਾ ਪੁਰਸ਼ ਹੋਣਾ ਆ, ਇਹਨੂੰ ਮੈਂ ਬਲੈਸਿੰਗ ਦੇ ਦੇਵਾਂ, ਹਨਾ। ਪਰ ਪਰਮੇਸ਼ਰ ਦੀ ਯੋਜਨਾ ਯਾਕੂਬ ਦੇ ਲਈ ਸੀ। ਹਾਲੇਲੂਇਆ। ਇਹਨੂੰ ਬਲੈਸਿੰਗ ਦੇ ਟਾਈਮ ਵੀ ਉਹ ਕਹਿ ਰਿਹਾ ਕਿ ਤੇਰੇ ਕੱਪੜਿਆਂ ਦੇ ਵਿੱਚ ਸਮੈਲ ਆ ਰਹੀ ਹੈ। ਉਹ ਬਲੈਸਿੰਗ ਉਹਦੀ ਲਾਈਫ ਜਿਹੜੀ ਰਿਲੀਜ਼ ਹੋਈ, देख मेरे पुत्र की सौगंध जो ऐसे खेत की सी है जिस पर यहोवा की आशीष दी है। परमेश्वर तुझे आकाश की ओस से, भूमि के उत्तम ओस की उपज से, राज्य राज्य के लोग तेरे अधीन होंगे, देश देश के लोग तुझे दंडवत करेंगे, तू अपने भाइयों का स्वामी होगा, तेरी माता के पुत्र तुझे दंडवत करेंगे। मतलब ਜਿਹੜੀ ਬਲੈਸਿੰਗ ਜਦੋਂ ਅਬਰਾਹਮ ਨੇ ਬਲੈਸਿੰਗ ਦਿੱਤੀ ਸੀ ਇਸਹਾਕ ਨੂੰ, ਹਨਾ, ਹੁਣ ਜਿਹੜੀ ਬਲੈਸਿੰਗ ਇਸਹਾਕ ਤੋਂ ਯਾਕੂਬ ਨੂੰ ਮਿਲੀ ਸੀ ਉਹ ਬਲੈਸਿੰਗ ਵੱਧ ਚੁੱਕੀ ਸੀ। ਹਾਲੇਲੂਇਆ। ਬਲੈਸਿੰਗ ਦੇ ਵਿੱਚ ਕੀ ਐਡ ਕਰ ਦਿੱਤਾ, ਕਹਿੰਦੇ ਤੂੰ ਤਾਂ ਉਸ ਖੇਤ ਦੇ ਸਮਾਨ ਆ ਜਿੱਥੋਂ ਸਮੈਲ ਆਉਂਦੀ ਪਈ ਹੈ ਕਿ ਇਹ ਖੇਤ ਹੀ ਆਸ਼ੀਸ਼ ਵਾਲਾ ਆ, ਜਿਹੜਾ ਇਸ ਖੇਤ ਦੇ ਕੋਲ ਆ ਹੀ ਜਾਊਗਾ ਉਹ ਬਲੈਸ ਹੋ ਜਾਣਾ। ਹਾਲੇਲੂਇਆ। ਇੰਨੀਆਂ ਬਲੈਸਿੰਗਸ ਜਿਹੜੀਆਂ ਸੀਗੀਆਂ, ਕਹਿੰਦੇ ਤੈਨੂੰ ਆਕਾਸ਼ ਤੋਂ ਵੀ ਆਸ਼ੀਸ਼ ਮਿਲਣੀ, ਧਰਤੀ ਦੀ ਉਸ ਤੋਂ ਵੀ ਆਸ਼ੀਸ਼ ਮਿਲਣੀ। ਹਾਲੇਲੂਇਆ। ਤੇਰੇ ਭਰਾਈ ਜਿਹੜੇ ਤੈਨੂੰ ਦੰਡਵਤ ਕਰਨਗੇ, ਤੂੰ ਸਾਰਿਆਂ ਦਾ ਹੈਡ ਹੋਊਗਾ। ਹਾਲੇਲੂਇਆ। ਇਹ ਸਾਰੀਆਂ ਬਲੈਸਿੰਗ ਕਿਹਨੂੰ ਮਿਲ ਗਈਆਂ? ਯਾਕੂਬ ਨੂੰ ਮਿਲ ਗਈਆਂ। ਹਾਲੇਲੂਇਆ। ਹੁਣ ਉਹਦਾ ਭਰਾ ਦਾ ਹਿਸਾਬ ਰੋਣ ਲੱਗ ਜਾਂਦਾ, ਕਹਿੰਦਾ ਮੈਨੂੰ ਵੀ ਬਲੈਸਿੰਗ ਚਾਹੀਦੀ ਹੈ, ਮੈਨੂੰ ਵੀ ਦਿਓ। ਹੁਣ ਉਹਦੇ ਪਾਪਾ ਉਹਨੂੰ ਪਤਾ ਕੀ ਕਹਿੰਦੇ, ਫਾਦਰ ਉਹਨਾਂ ਨੂੰ ਪਤਾ ਕੀ ਕਹਿੰਦੇ, ਇਸਹਾਕ ਪਤਾ ਕੀ ਕਹਿੰਦਾ, तू कौन है? उसने कहा मैं तेरा जेठा पुत्र इसाव हूँ। 33 आयत में लिखा, तब इसहाक ने अत्यंत थरथरा कर कांपते हुए कहा, फिर वह कौन है आहार करके मेरे पास ले आया? मैंने तेरे आने से पहले सब कुछ खा लिया और उसको आशीर्वाद दिया, अब उसकी आशीष लगी भी रहेगी। ਉਹਨੂੰ ਕੀ ਕਹਿੰਦਾ, ਇਹ ਆਸ਼ੀष ਲੱਗੀ ਵੀ ਰਹਿਣੀ ਹੈ। ਹੁਣ ਜੇ ਮੈਂ ਚਾਹਾਂ ਵੀ, ਹੁਣ ਉਹਨੂੰ ਯੂ ਨੋ ਦੈਟ, ਮੈਂ ਤੁਹਾਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ, ਬਾਈਬਲ ਦੇ ਵਿੱਚ ਪਰਮੇਸ਼ਰ ਆਪਾਂ ਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ? ਪਰਮੇਸ਼ਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਜਿਹੜੀ ਆਸ਼ੀਸ਼ ਜੇ ਰੱਬ ਦੇ ਬੰਦੇ ਦੇ ਮੂੰਹ ਚੋਂ ਨਿਕਲ ਜਾਵੇ ਉਹ ਲੱਗੀ ਰਹਿੰਦੀ ਹੈ। ਹਾਲੇਲੂਇਆ। ਹੁਣ ਇਸਹਾਕ ਕਹਿੰਦਾ ਮੈਂ ਦੇਣੀ ਤਾਂ ਆਸ਼ੀਸ਼ ਇਸਾਬ ਨੂੰ ਸੀ, ਕਿਉਂਕਿ ਉਹ ਬੜਾ ਤਾਕਤਵਰ ਬੰਦਾ ਸੀ ਨਾ, ਪਰ ਕਹਿੰਦੇ ਉਹ ਤੀਰੇ ਕੱਪੜੇ ਪਾ ਕੇ ਮੇਰੇ ਕੋਲ ਆ ਗਿਆ। ਕਹਿੰਦਾ ਹੁਣ ਕੀ ਕਰਾਂ, ਉਹ ਜਿਹੜੀ ਆਸ਼ੀਸ਼ ਮੈਂ ਦੇ ਦਿੱਤੀ ਹੈ ਉਹਨੂੰ ਲੱਗੀ ਵੀ ਰਹਿਣੀ। ਹਾਲੇਲੂਇਆ। ਸਮਝ ਲੱਗੀ ਕਿ ਤੁਸੀਂ ਅੱਜ ਸੀਰੀਅਸ ਆ ਨਾ, ਜੇ ਅੱਜ ਆਸ਼ੀਸ਼ ਦੇ ਵਰਡ ਪਰਮੇਸ਼ਰ ਨੇ ਤਾਂ ਆਪਣੀ ਦਾਸੀ ਦੇ ਮੂੰਹ ਚੋਂ ਕਢਵਾ ਦਿੱਤੇ, ਉਹ ਆਸ਼ੀਸ਼ ਤੁਹਾਨੂੰ ਲੱਗੀ ਵੀ ਰਹਿਣੀ ਹੈ। ਹਾਲੇਲੂਇਆ। ਉਹ ਕੋਈ ਚੀਜ਼ ਵੀ ਉਹਨੂੰ ਸਟਾਪ ਨਹੀਂ ਕਰ ਸਕਦੀ। ਬਾਈਬਲ ਸੈਡ ਇਫ ਗॉड ਬਲੈਸ ਯੂ ਹੂ ਕੈਨ ਕਰਸ ਯੂ। ਕੌਣ ਤੁਹਾਨੂੰ ਸ਼ਰਾਪ ਦੇ ਸਕਦਾ ਜੇ ਰੱਬ ਹੀ ਤੁਹਾਨੂੰ ਬਲੈਸ ਕਰਦੇ? ਗॉड ਸੈਡ ਅਬਰਾਹਮ ਜਿਹੜਾ ਤੈਨੂੰ ਆਸ਼ੀਸ਼ ਦਊਗਾ ਆਸ਼ੀਸ਼ ਦਾ ਹੱਕਦਾਰ ਆ, ਜਿਹੜਾ ਤੈਨੂੰ ਕਰਸ ਕਰੂਗਾ ਕਰਸ ਦਾ ਹੱਕਦਾਰ। ਹਾਲੇਲੂਇਆ। ਸ਼ਰਾਪ ਦਾ ਹੱਕਦਾਰ ਹੈ। ਹਾਲੇਲੂਇਆ। ਹਾਲੇਲੂਇਆ। ਕਿੰਨਾ ਕਲੀਅਰ ਤਰੀਕੇ ਨਾਲ ਸਮਝਾਇਆ, ਉਹ ਆਸ਼ੀਸ਼ ਲੱਗੀ ਵੀ ਰਹਿਣੀ ਆ, ਹਟਣੀ ਨਹੀਂ ਹੈਗੀ। ਤੇ ਆਪਾਂ ਕਿਸ ਤਰੀਕੇ ਨਾਲ, ਜਦ ਜੇ ਆਪਾਂ ਘਰੋਂ ਲੜਾਈ ਕਰਕੇ ਆਏ ਹੋਣੇ, ਨਾਲ ਹੀ ਰਿਸ਼ਤੇਦਾਰ ਆ ਜਾਣ ਘਰ, ਆਪਾਂ ਇੱਕ ਦੂਜੇ ਨੂੰ ਤੂੰ ਇਦਾਂ ਦਾ, ਤੂੰ ਇਦਾਂ ਦੀ ਆ, ਤੂੰ ਕੁਛ ਨਹੀਂ ਕਰ ਸਕਦੀ, ਤੂੰ ਇਦਾਂ, ਹਨਾ, ਨਾਲ ਹੀ ਪ੍ਰਾਹੁਣੇ ਨੇ ਜੈਮਸੀ ਦੀ ਭੈਣ ਆਈ ਤੇ ਬਲੈਸ ਹੀ ਹੋ ਗਿਆ ਸੀ। ਤਾਂ ਕਿਹੜੀ ਬਲੈਸਿੰਗ ਦੇ ਰਹੇ ਆ ਉਹਨਾਂ ਨੂੰ, ਹਨਾ, ਦੱਸੋ। ਉਹ ਬਲੈਸਿੰਗ ਚੇਂਜ ਹੋ ਗਈ ਤੁਹਾਡੇ ਅੰਦਰ ਜਿਹੜੀ ਸੀ, ਉਹ ਬਾਹਰ ਆ ਕੇ ਹੋਰ ਕਿਹੜੀ ਆ ਗਈ ਹੈ? ਹਾਲੇਲੂਇਆ। ਇਹ ਧਿਆਨ ਰੱਖੋ, ਜਿਹੜੀ ਲੜ ਕੇ ਤੁਸੀਂ ਬਲੈਸਿੰਗ ਦਿੱਤੀ ਉਹ ਲੱਗ ਜਾਣੀ, ਜਿਹੜੀ ਪਿਆਰ ਨਾਲ ਬਲੈਸਿੰਗ ਦਿੱਤੀ ਉਹ ਵੀ ਲੱਗ ਜਾਣੀ। ਹਾਲੇਲੂਇਆ। ਪਰ ਜੇ ਤੁਸੀਂ ਜੈਨੂਇਨ ਤੌਰ ਤੇ ਚੱਲਣ ਵਾਲੀਆਂ ਪਰਮੇਸ਼ਵਰ ਦੇ ਨਾਲ, ਹਾਲੇਲੂਇਆ। ਜੇ ਤੁਸੀਂ ਨॉन ਬਲੀਵਰ ਦੀ ਤਰ੍ਹਾਂ ਆ, ਘਰ ਦੇ ਵਿੱਚ ਚੋਰੀਆਂ ਕਰਦੇ ਆ, ਜੈਂਟਸ ਸ਼ਰਾਬਾਂ ਨਸ਼ੇ ਕਰਦੇ ਪਏ ਆ, ਉਸ ਤੋਂ ਬਾਅਦ ਨਾ ਤਾਂ ਤੁਹਾਡੀ ਬਲੈਸਿੰਗ ਲੱਗਣੀ, ਨਾ ਤਾਂ ਤੁਹਾਡਾ ਕਰਸ ਲੱਗਣਾ, ਕਿਉਂਕਿ ਤੁਸੀਂ ਨॉन ਬਲੀਵਰ ਦੀ ਤਰ੍ਹਾਂ ਆ। ਪਰਮੇਸ਼ਵਰ ਕਹਿੰਦੇ ਉਦੋਂ ਵੀ, ਉਸ ਤੋਂ ਵੀ ਨੀਚੇ ਵਾਲੇ ਲੈਵਲ ਤੇ ਆ। ਪਰਮੇਸ਼ਵਰ ਕਹਿੰਦੇ ਉਹ ਤਾਂ ਅਨਨੋਨ ਆ, ਉਹ ਤਾਂ ਜਾਣਦੇ ਵੀ ਨਹੀਂ ਮਸੀਹ ਨੂੰ, ਤਾਂ ਕਰਕੇ ਉਹ ਗਲਤੀਆਂ ਕਰਦੇ ਆ ਨਾ। ਪਰ ਤੂੰ ਤੁਹਾਡੇ ਉੱਤੇ ਚਾਨਣ ਆ ਚੁੱਕਾ ਹੈ, ਜੋਤੀ ਆ ਚੁੱਕੀ, ਫਿਰ ਵੀ ਕਰ ਰਹੇ, ਫਿਰ ਕਿਹੜੀ ਬਲੈਸਿੰਗ ਦੀ ਡਿਮਾਂਡ ਕਰਦੇ ਰੱਬ ਕੋਲ? ਪਹਿਲਾਂ ਆਪਣਾ ਸਾਫ਼ ਕਰੋ ਅੰਦਰੋਂ ਨਾ। ਜੀਸਸ ਕ੍ਰਾਈਸਟ ਕਹਿੰਦੇ ਬਾਹਰੋਂ ਮਸੀਹ ਨਹੀਂ ਦਿਖਾਣਾ, ਹੈ ਨਾ। ਪ੍ਰੀਸਤੀ ਸਦੂਕੀ ਵੱਡੇ ਚੋਲੇ ਪਾ ਲੈਂਦੇ ਹੁੰਦੇ ਸੀਗੇ, ਏਦਾਂ ਕਰਨਾ ਚਾਹੀਦਾ, ਏਦਾਂ। ਜੀਸਸ ਕ੍ਰਾਈਸਟ ਕਹਿੰਦੇ ਤੁਸੀਂ ਪ੍ਰੀਸਤੀ ਸਦੂਕੀ ਆਪ ਤਾਂ ਚੀਚੀ ਵੀ ਨਹੀਂ ਲਗਾਉਂਦੇ ਹੈਗੇ, ਲੋਕਾਂ ਦੇ ਇੰਨਾ ਭਾਰ ਦੱਬੀ ਰੱਖੀ ਜਾਂਦੇ ਆ। ਪਹਿਲਾਂ ਆਪਣਾ ਅੰਦਰੋਂ ਸਾਫ਼ ਕਰੋ, ਅੰਦਰੋਂ ਜਿਹੜਾ ਤੁਹਾਡਾ ਹੱਡੀਆਂ ਨਾਲ ਭਰਿਆ ਹੋਇਆ, ਬਾਹਰੋਂ ਕਬਰਾਂ ਸਵਾਰੀਆਂ ਹੋਈਆਂ ਹੈ ਨਾ, ਪਹਿਲਾਂ ਅੰਦਰੋਂ ਸਾਫ਼ ਕਰੋ। ਅੱਜ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ, ਜੇ ਸੱਚਮੁੱਚ ਦੀ ਬਲੈਸਿੰਗ ਚਾਹੁੰਦੇ ਆ, ਪਹਿਲਾਂ ਇੰਟਰਨਲ ਤੁਹਾਡਾ ਸਵੇਰੇ ਉੱਠਦੇ ਸਾਰ ਜਿਹੜਾ ਵੀ ਫਸਟ ਚੀਜ਼ ਜਿਹੜੀ ਆਵੇ, ਤੁਹਾਨੂੰ ਪਤਾ ਹੋਵੇ ਗॉड ਵੱਲੋਂ ਆ ਰਹੀ ਹੈ। ਹਾਲੇਲੂਇਆ। ਤੁਹਾਡਾ ਕਨੈਕਸ਼ਨ ਗॉड ਨਾਲ ਸਿੱਧਾ ਹੋ ਜਾਵੇ, ਐਂਟੀਨੇ ਐਂਡ ਡਾਇਰੈਕਟ ਸਹੀ ਜਗ੍ਹਾ ਤੇ ਲੱਗ ਜਾਣ। ਬਲੈਸਿੰਗ ਦੇਖਿਓ ਫਿਰ ਕਿੱਦਾਂ। ਹਾਲੇਲੂਇਆ। ਫਿਰ ਤੁਸੀਂ ਕਹਿਣਾ ਅਨਲਿਮਿਟਡ ਹੋ ਰਹੀ ਹੈ, ਜ਼ਿਆਦਾ ਆ ਰਹੀ ਹੈ ਨਾ, ਰੱਖਣ ਲਈ ਜਗ੍ਹਾ ਨਹੀਂ ਹੈਗੀ। ਏਦਾਂ ਹੁੰਦਾ। ਕਿੰਨਾਂ ਨੂੰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਜਿਹੜੀ ਸੱਚਮੁੱਚ ਬਲੈਸਿੰਗ ਨੂੰ ਦੀ ਕਦਰ ਕਰਦੇ। ਹਾਲੇਲੂਇਆ। ਇੱਕ ਤੁਹਾਨੂੰ ਇੱਕ ਗੱਲ ਦੱਸਦੀ, ਜੋ ਪਰਸਨ ਰੱਬ ਨਾਲ ਸਿੱਧਾ ਚੱਲਦਾ ਨਾ, ਜਿਹਦੀ ਲਾਈਫ ਦੇ ਵਿੱਚ ਪਰਮੇਸ਼ਵਰ ਗੱਲ ਕਰਦਾ, ਜਿਸ ਪਰਸਨ ਦੇ ਨਾਲ, ਉਹਦੀ ਲਾਈਫ ਦੇ ਵਿੱਚ ਇੱਕ ਚੀਜ਼ ਹੁੰਦੀ ਹੈ, ਉਹ ਜਿੱਥੇ ਵੀ ਚੱਲ ਜਾਵੇ ਉਹਨੂੰ ਫੇਵਰ ਮਿਲਦਾ, ਅਨੁਗ੍ਰਹਿ ਮਿਲਦਾ। ਯੂ ਨੋ ਦੈਟ। ਮੈਂ ਸੱਚਮੁੱਚ
ਹੁਣ ਆਪਾਂ ਹੱਥ ਸ਼ਾਪ ਦੇ ਵਿੱਚ ਆਨੇ, ਕਿਸੇ ਨੂੰ ਨਹੀਂ ਪਤਾ ਹੁੰਦਾ ਆਪਾਂ ਪਾਸ ਲਵਾਉਣਾ ਨਾ, ਪਰ ਮੈਂ ਪਰਮੇਸ਼ਰ ਜੀਵਿਤ ਹੱਥ ਦੇਖਦੀ ਹੁੰਦੀ ਹਾਂ, ਇੱਦਾਂ ਦੀ ਰਿਸਪੈਕਟ ਮੈਂ ਕਹਿੰਦੀ ਪਰਮੇਸ਼ਰ ਇਹ ਤੇਰੇ ਵੱਲੋਂ ਆ। ਮੈਂ ਜਾਣਦੀ ਮੈਂ ਇਸ ਦੇ ਯੋਗ ਨਹੀਂ ਹੈ। ਹਾਲੇਲੂਇਆ। ਜਿਹੜੀ ਲੋਕਾਂ ਨੂੰ ਚੀਜ਼ ਇੰਨੇ ਦੀ ਮਿਲਦੀ ਉਹ ਮੈਨੂੰ ਜਸਟ ਉਹਨਾਂ ਨੇ, ਮੈਂ ਤੁਹਾਨੂੰ ਦੱਸਦੀ, ਮੈਨੂੰ ਪਰਮੇਸ਼ਰ ਨੇ ਆਈਫੋਨ ਦੇਣਾ ਸੀਗਾ ਐਂਡ ਪਰਮੇਸ਼ਰ ਨੇ ਉਸ ਪਰਸਨ ਦੇ ਮਾਈਂਡ ਦੇ ਵਿੱਚ ਪਾ ਦਿੱਤਾ ਬਸ ਲੈ ਜਾਓ ਤੁਸੀਂ। ਮੈਂ ਪੇ ਵੀ ਨਹੀਂ ਕੀਤਾ, ਕਹਿੰਦਾ ਤੁਸੀਂ ਲੈ ਜਾਓ, ਕੋਈ ਗੱਲ ਨਹੀਂ ਲੈ ਜਾਓ, ਹੈ ਨਾ। ਇਹ ਕੀ ਆ, ਇਹ ਅਨੁਗ੍ਰਹਿ ਹੁੰਦਾ ਪਰਮੇਸ਼ਰ ਦਾ। ਜਦੋਂ ਪਰਮੇਸ਼ਰ ਨੇ ਦੇਣਾ, ਦੇਖੋ ਲੋਕਾਂ ਕੋਲ ਪੈਸੇ ਹੁੰਦੇ ਬਲੈਸਿੰਗ ਆ ਜਾਂਦੀ ਹੈ ਨਾ। ਜੇ ਤੁਹਾਡੇ ਕੋਲ ਵੀ ਪੈਸੇ ਹੋਣ ਬਲੈਸਿੰਗ ਆ ਜਾਵੇ ਫਿਰ ਨਜ਼ਾਰਾ ਕਾਹਦਾ, ਹੈ ਨਾ। ਜਦੋਂ ਪੈਸੇ ਨਾ ਹੋਣ ਫਿਰ ਬਲੈਸਿੰਗ ਆਵੇ, ਫਿਰ ਪਤਾ ਲੱਗਦਾ ਅਬਰਾਹਮ ਦੀਆਂ ਕੁੜੀਆਂ ਅਬਰਾਹਮ ਦੇ ਮੁੰਡੇ ਆ। ਹਾਲੇਲੂਇਆ। ਫਿਰ ਪਤਾ ਲੱਗਦਾ ਇਹ ਬਲੈਸਿੰਗ ਨੂੰ ਪੈਦਾ ਕਰਨ ਵਾਲੀਆਂ ਆ। ਹਾਲੇਲੂਇਆ। ਇਸਹਾਕ ਪੈਦਾ ਕਰ ਦਿੰਦਾ ਸੀ ਬਲੈਸਿੰਗ ਨੂੰ। ਹਾਲੇਲੂਇਆ। ਸਮਝ ਲੱਗੀ। ਮੈਂ ਸ਼ਾਰਟਕਟ ਦੇ ਵਿੱਚ ਥੋੜਾ ਜਿਹਾ ਲੰਮਾ ਵਚਨ ਕਰ ਸਕਦੀ ਹਾਂ, ਕਿਸ ਤਰ੍ਹਾਂ ਚਾਰ ਸ਼ਾਰਟ ਦੇ ਵਿੱਚ ਚਲੀਏ। ਸਮਝ ਲੱਗ ਰਹੀ ਹੈ ਇੰਨੀ ਗੱਲ। ਮੈਂ ਤੁਹਾਨੂੰ ਹਜੇ ਕਲੀਅਰ ਕੀਤਾ ਅਬਰਾਹਮ ਇਸਹਾਕ ਯਾਕੂਬ ਦਾ। ਅਬਰਾਹਮ ਇਸਹਾਕ ਯਾਕੂਬ ਦੀ ਬਲੈਸਿੰਗ ਨੂੰ ਹੀ ਅਜੇ ਦੱਸਿਆ। ਹਾਲੇਲੂਇਆ। ਇਹ ਬਲੈਸਿੰਗ ਨੂੰ ਹੀ ਦੱਸਿਆ ਅਬਰਾਹਮ ਇਸਹਾਕ ਯਾਕੂਬ। ਇਸ ਤੋਂ ਬਾਅਦ ਬਲੈਸਿੰਗ ਜਿਹੜੀ ਕਿਹਦੇ ਕੋਲ ਆਈ, ਯੂਸਫ ਦੇ ਕੋਲ ਆਈ। ਹਾਲੇਲੂਇਆ। ਯੂ ਨੋ ਦੈਟ ਜਦ ਯੂਸਫ ਦੇ ਉੱਤੇ ਬਲੈਸਿੰਗ ਆਈ, ਮੈਨੂੰ ਪੂਰਾ ਹੀ ਕਰਨਾ ਪੈਣਾ ਕਿਉਂਕਿ ਤੁਹਾਨੂੰ ਹਜੇ ਆਪਾਂ ਉਤਪਤੀ ਦੇ ਹੀ, ਮੈਂ ਉਤਪਤੀ ਹੀ ਸਾਰੀ ਕਲੀਅਰ ਕਰ ਰਹੀ ਹਾਂ, ਹੈ ਨਾ। ਮੈਂ ਹਜੇ ਹੋਰ ਬਾਈਬਲ ਦਾ ਕੋਈ ਚੈਪਟਰ ਨਹੀਂ ਪੜ੍ਹਿਆ ਨਾ। ਯੂ ਨੋ ਦੈਟ ਹੁਣ ਕੀ ਸੀਗਾ, ਕਿਉਂਕਿ ਉਹਦਾ ਬਾਪ ਜਿਹੜਾ ਸੀਗਾ ਯਾਕੂਬ ਜਿਹੜਾ ਸੀਗਾ, ਉਹ ਯੂਸਫ ਉਹਨੂੰ ਦੇਖਦਾ ਹੁੰਦਾ ਸੀ ਪਰਮੇਸ਼ਰ ਨਾਲ ਕਿਸ ਨਾਤੇ ਦੇ ਵਿੱਚ ਰਹਿੰਦਾ, ਕਿਹੜੇ ਰਿਸ਼ਤੇ 'ਚ ਰਹਿੰਦਾ। ਹੁਣ ਉਹ ਛੋਟਾ ਹੀ ਸੀਗਾ, ਉਹਨੂੰ ਵਿਜ਼ਨ ਆਉਣੇ ਸ਼ੁਰੂ ਹੋ ਗਏ। ਕਿਉਂਕਿ ਮੇਰੀ ਬੱਚੀ ਨੂੰ ਜਿਸ ਤਰ੍ਹਾਂ ਵਿਜ਼ਨ ਆਇਆ ਨਾ, ਉਹਨੂੰ ਵਿਜ਼ਨ ਆਉਂਦੇ ਸੀ ਕਿ ਮੇਰੇ ਭਰਾ ਮੈਨੂੰ ਦੰਡਵਤ ਕਰਦੇ ਆ, ਹੈ ਨਾ। ਉਹਨੂੰ ਵਿਜ਼ਨਸ ਆਉਂਦੇ ਹੁੰਦੇ ਸੀਗੇ ਕਿ ਮੈਂ ਸਭ ਤੋਂ ਉੱਚਾ ਪੋਸਟ ਦੇ ਉੱਤੇ ਆ, ਹੈ ਨਾ। ਯੂ ਨੋ ਦੈਟ ਜਿਹੜੀ ਉਹਨੂੰ ਵਿਜ਼ਨ ਆਈ, ਯੂ ਨੋ ਦੈਟ ਮੈਂ ਉਸੇ ਸਰਮਨ ਦੇ ਵਿੱਚ ਤੁਹਾਨੂੰ ਲੈ ਕੇ ਜਾਣੀ, ਵਚਨ ਦੇ ਵਿੱਚ ਲੈ ਕੇ ਜਾਣੀ। ਜਦੋਂ ਪ੍ਰਧਾਨ ਮੰਤਰੀ ਬਣਿਆ 39 ਆਇਤ ਦੇ ਵਿੱਚ ਲਿਖਿਆ, फिर फ़िरौन ने यूसुफ से कहा, परमेश्वर ने जो तुझे इतना ज्ञान दिया है कि तेरे तुल्य कोई समझदार और बुद्धिमान नहीं, इस कारण तू मेरे घर का अधिकारी होगा। तेरी आज्ञा के अनुसार मेरी सारी प्रजा चलेगी, केवल राजगद्दी के विषय में मैं तुझसे बड़ा ठहरूंगा। फिर फ़िरौन ने यूसुफ से कहा, सुन, मैं तुझको मिस्र के सारे देश के ऊपर अधिकारी ठहरा देता हूँ। हालेलुया। हालेलुया। यू नो दैट ਇੱਥੇ ਫ਼ਿਰੌਨ ਨੇ ਇਹ ਗੱਲ ਕਿਉਂ ਨਹੀਂ ਕਹੀ ਕਿ ਮੈਂ ਤੈਨੂੰ ਬਲੈਸ ਕਰਦਾ ਹਾਂ। ਕੀ ਕਹਿ ਰਿਹਾ, ਤੇਰੇ ਪਰਮੇਸ਼ਰ ਨੇ ਤੈਨੂੰ ਇੰਨਾ ਗਿਆਨ ਦਿੱਤਾ, ਤੇਰੇ ਪਰਮੇਸ਼ਰ ਨੇ ਤੈਨੂੰ ਇੰਨੀ ਬੁੱਧੀ ਦਿੱਤੀ, ਤਾਂ ਕਰਕੇ ਤੂੰ ਮਿਸਰ ਦੇਸ਼ ਦਾ ਪ੍ਰਧਾਨ ਬਣਨ ਗਿਆ। ਹਾਲੇਲੂਇਆ। ਹੁਣ ਇਸਹਾਕ ਦੀ ਬਲੈਸਿੰਗ ਜਿਹੜੀ ਸੀ ਯੂਸਫ ਤੇ ਲੱਗੀ ਸੀ, ਇਸ ਲਈ ਉਹ ਪੂਰੇ ਦੇਸ਼ ਦਾ ਪ੍ਰਧਾਨ ਬਣ ਗਿਆ। ਹਾਲੇਲੂਇਆ। ਇੱਕ ਟਾਈਮ ਆਇਆ ਯਾਕੂਬ ਦੀ ਲਾਈਫ ਦੇ ਵਿੱਚ, ਯਾਕੂਬ ਨੂੰ ਨਹੀਂ ਪਤਾ ਸੀਗਾ ਕਿ ਮੈਂ ਮਿਸਰ 'ਚ ਜਾਵਾਂ ਜਾਂ ਨਾ ਜਾਵਾਂ, ਕਿਉਂਕਿ ਯੂਸਫ ਹੁਣ ਮਿਸਰ ਦੇ ਵਿੱਚ ਸੀ, ਖਾਣਾ ਕਾਲ ਪੈ ਗਿਆ, ਹੈ ਨਾ। ਸਾਰਿਆਂ ਨੂੰ ਪਤਾ ਸਟੋਰੀ ਦਾ ਨਾ, ਕਾਲ ਪੈ ਗਿਆ। ਇੱਕ ਟਾਈਮ ਇਦਾਂ ਦਾ ਆਇਆ ਕਿ ਯਾਕੂਬ ਨੂੰ ਨਹੀਂ ਪਤਾ ਸੀ ਮੈਂ ਕੀ ਕਰਾਂ ਨਾ। ਬਾਈਬਲ ਬਿਆਨ ਕਰਦੀ ਹੈ 46 ਚੈप्टर ਦੇ ਵਿੱਚ ਲਿਖਿਆ, तब इसराइल ने अपना सब कुछ लेकर बैशबा को गया, वह अपने पिता इसहाक के परमेश्वर का बलिदान चढ़ाया। तब परमेश्वर ने इसराइल को रात में दर्शन देकर कहा, हे याकूब, हे याकूब। उसने कहा, क्या आज्ञा? उसने कहा, मैं परमेश्वर हूँ, तेरे पिता का परमेश्वर। तू मिस्र जाने से मत डर, क्योंकि मैं तुझे वहां पर एक बड़ी जाति बनाऊंगा। तो दैट परमेश्वर ने क्या, परमेश्वर ने क्या, जा मिस्र च चला जा। हालेलुया। याकूब ਨੂੰ मैं ਤੁਹਾਨੂੰ ਧਿਆਨ ਦਿਵਾਉਣਾ ਚਾਹੁੰਦੀ ਹਾਂ, ਉਹੀ ਯਾਕੂਬ ਜਿਹਦੇ ਤੇ ਬਲੈਸਿੰਗ ਸੀ, ਉਹੀ ਬਲੈਸਿੰਗ ਜਿਹੜੀ ਯੂਸਫ ਦੇ ਉੱਤੇ ਵੀ ਲੱਗ ਚੁੱਕੀ ਸੀ, ਪਰ ਉਹ ਉਸ ਜਗ੍ਹਾ ਨੂੰ ਕਨਾਨ ਨੂੰ ਛੱਡਣਾ ਨਹੀਂ ਚਾਹੁੰਦਾ ਸੀ। ਪਰਮੇਸ਼ਰ ਕਹਿੰਦਾ, ਜਾ ਤੂੰ ਮਿਸਰ 'ਚ ਵੀ ਚੱਲ ਜਾ, ਉੱਥੇ ਵੀ ਮੈਂ ਤੈਨੂੰ ਵਧਾ ਦੂੰਗਾ। ਹਾਲੇਲੂਇਆ। ਉੱਥੇ ਵੀ ਮੈਂ ਤੈਨੂੰ ਬਲੈਸ ਕਰੂੰਗਾ। ਕਿ ਯੂ ਨੋ ਦੈਟ ਪਰਮੇਸ਼ਰ ਅਨਲਿਮਿਟਡ ਨਹੀਂ ਆ, ਲਿਮਿਟਡ ਨਹੀਂ ਆ ਨਾ, ਪਰਮੇਸ਼ਰ ਅਨਲਿਮਿਟਡ ਆ। ਮੈਂ ਹਮੇਸ਼ਾ ਇੱਦਾਂ ਸੋਚਦੀ ਸੀ ਕਿ ਪਰਮੇਸ਼ਰ ਮੈਂ ਇੱਕ ਜਗ੍ਹਾ ਤੇ ਜਾਊਂਗੀ, ਉੱਥੇ ਮੇਰੀ ਚਰਚ ਹੋਊਗੀ, ਬਹੁਤ ਵੱਡੀ ਚਰਚ ਹੋਊਗੀ ਨਾ, ਮੇਰੀ ਇਹ ਥਿੰਕਿੰਗ ਸੀਗੀ ਨਾ। ਪਰ ਪਰਮੇਸ਼ਰ ਮੈਨੂੰ ਮੇਰੇ ਸਪਿਰਚੁਅਲ ਫਾਦਰ ਦੀ ਤਰ੍ਹਾਂ ਯੂਜ਼ ਕਰਦੇ ਆ। ਪਰਮੇਸ਼ਰ ਦੇ ਦਾਸ ਦੀਆਂ ਕਿੰਨੀਆਂ ਬ੍ਰਾਂਚਿਸ ਆ, ਕਿੰਨਾ ਪਰਮੇਸ਼ਰ ਉਹਨਾਂ ਨੂੰ ਵਧਾ ਰਿਹਾ, ਮੈਂ ਉਹਨਾਂ ਦੀ ਮੈਂਟਰਸ਼ਿਪ ਦੇ ਅੰਦਰ ਆ। ਇਸੇ ਰੀਤੀ ਦੇ ਪਰਮੇਸ਼ਰ ਮੈਨੂੰ ਅਲੱਗ ਅਲੱਗ ਥਾਵਾਂ ਤੇ ਲੈ ਕੇ ਜਾਂਦੇ, ਜਿਹਨਾਂ ਦਾ ਮੈਨੂੰ ਪਤਾ ਵੀ ਨਹੀਂ ਹੁੰਦਾ। ਮੈਂ ਜਸਟ ਪਰਮੇਸ਼ਰ ਮੈਨੂੰ ਦੱਸਦਾ ਉਸ ਜਗ੍ਹਾ ਤੇ ਜਾਣਾ, ਆਪਾਂ ਚੱਲਦੇ ਹਾਂ। ਪ੍ਰਭੂ ਦੀ ਦਇਆ ਦੇ ਨਾਲ ਇਹ ਚੀਜ਼ਾਂ ਹੋ ਪਾ ਰਹੀਆਂ ਹਨ। ਮੈਂ ਕੀ ਕਹਿ ਰਹੀ ਹਾਂ, ਜੇ ਤੁਸੀਂ ਸੱਚੀ ਬਲੈਸਿੰਗ ਦੇ ਸੋਤਰ ਹੋਗੇ, ਐਨੀ ਏਰੀਆ, ਕਿਸੇ ਵੀ ਏਰੀਆ ਚੱਲ ਜਾਓ, ਤੁਸੀਂ ਉਸ ਏਰੀਆ 'ਚ बढ़ा ਦੇਣਾ ਉਹਨਾਂ ਨੂੰ, ਜਾ ਕੇ ਉਸ ਏਰੀਆ ਨੂੰ ਜਾ ਕੇ ਬਲੈਸ ਕਰ ਦੇਣਾ, ਕਿਉਂਕਿ ਤੁਸੀਂ ਲਿਮਿਟਡ ਨਹੀਂ ਆ। ਅਬਰਾਹਮ ਦੀਆਂ ਬਲੈਸਿੰਗ ਤੁਹਾਡੇ ਉੱਤੇ ਹੈ। ਹਾਲੇਲੂਇਆ। ਬਸ ਲਾਸਟ ਦੇ ਵਿੱਚ ਚੱਲਦੇ ਹਾਂ, ਜਿਹਦੇ ਵਿੱਚ ਤੁਹਾਨੂੰ ਪਰਮੇਸ਼ਰ ਐਨ ਕਲੀਅਰ ਤਰੀਕੇ ਨਾਲ ਸਮਝਾਊਗਾ। ਹੁਣ ਇੱਕ ਗੱਲ ਦੱਸੋ, ਧਿਆਨ ਨਾਲ ਸੁਣਨਾ। ਯਾਕੂਬ ਉੱਥੇ ਚਲਾ ਗਿਆ, ਫ਼ਿਰੌਨ ਦੇ ਅੱਗੇ ਚਲਿਆ ਗਿਆ, ਹੈ ਨਾ। ਮਤਲਬ ਕਿ ਹੁਣ ਯਾਕੂਬ ਜਿਹੜਾ ਫ਼ਿਰੌਨ ਦੇ ਕੋਲ ਗਿਆ,
ध्यान नाल सुनो, एक राजा बंदा जेड़ा राजा किंग बंदा आ, किंग बंदा कोई एक बंदा आंदा, मतलब कि कोई भी पर्सन, बच्चे तुसीं उठो माड़ा इत्थे आयो जल्दी जल्दी, है ना। हुण मैं राजा आ, फिरौन आ राजा, यकूब आ ना, ध्यान नाल सुनो, एग्जाम्पल में सुनो, ठीक है। मैं राजा आ, मैं अपनी पोस्ट ते बैठा होया, यकूब आया, ਇਹਦੇ ਕੋਲ ਅੰਨ ਵੀ ਨਹੀਂ ਹੈਗਾ, ਹਨਾ। ਇਹਦੇ ਮੁੰਡੇ ਜਿਹੜੇ ਆ, ਸਾਰੇ ਮੁੰਡੇ ਜਿਹੜੇ ਆ ਇੱਥੇ ਅੰਨ, ਫਿਰੌਨ ਤੋਂ ਅੰਨ ਲੈਣ ਲਈ ਆਏ ਆ ਨਾ, ਮਤਲਬ ਯੂਸਫ ਤੋਂ ਅੰਨ ਲੈਣ ਲਈ ਆਇਆ। ਇਹ ਇਸ ਟਾਈਮ ਕੁਝ ਨਹੀਂ ਹੈਗਾ, ਯੂ نو ਦੈਟ ਫਿਰੌਨ ਉਹਨੂੰ ਬਲੈਸਿੰਗ ਨਹੀਂ ਦੇ ਰਿਹਾ, ਜਦ ਕਿ ਰਾਜਾ ਆ, ਰਾਜਾ ਉਹਨੂੰ ਬਲੈਸਿੰਗ ਦੇਵੇ। बाइबल की बयान कर दिया, यकूब फिरौन को आशीर्वाद दे रहा है, हालेलुया। यकूब फिरौन को आशीष दे रहा है, यकूब और राजे को आशीष दे रहा है, हालेलुया। गल समझ लगी। नो मैटर, अज मैटर नहीं करता घर च की हालात आ, मैटर ये करता कि जे तुसीं यकूब के न्यायी या परमेश्वर दे नाल रिलेशन रखने वाले, तुसीं राजियां नूं ब्लैस कर दोगे, हालेलुया। बाइबल के पता की लिखा 63 ਦੇ ਵਿੱਚ, ਸ਼ਾਇਆ ਦੀ 63 ਦੇ ਵਿੱਚ ਕੀ ਲਿਖਿਆ, ਕਹਿੰਦੇ ਰਾਜਾ ਤੇਰੇ ਆਰੋਹਣ ਦੇ ਲਈ ਆਣਗੇ, ਰਾਜਾ ਤੈਨੂੰ ਦੰਡਵਤ ਕਰਨ ਦੇ ਲਈ ਆਣਗੇ, ਰਾਜਾ ਤੇ ਤੋਂ ਬਲੈਸ ਹੋਣ ਲਈ ਆਣਗੇ, ਹਾਲੇਲੂਇਆ। ਕਿੱਦਾਂ ਦੀ ਬਲੈਸਿੰਗ ਆ ਤੁਹਾਡੇ ਅੰਦਰ, ਹਾਲੇਲੂਇਆ। ਇੱਕ ਬੰਦਾ ਜਿਹੜਾ ਆਪਣੀਆਂ ਭੇਡ ਬੱਕਰੀਆਂ ਨੂੰ 70 ਲੋਕਾਂ ਨੂੰ ਲੈ ਕੇ ਜਾ ਰਿਹਾ ਹੈ ਮਿਸਰ ਦੇਸ਼ ਦੇ ਵਿੱਚ, ਜਿਹਨੂੰ ਕਿ ਪਰਮੇਸ਼ਰ ਨੇ ਉਸ ਬੰਦੇ ਨੂੰ ਕਿਹਾ ਕਿ ਮੈਂ ਤੈਨੂੰ ਉੱਥੇ ਵੀ ਜਾ ਕੇ ਵਧਾ ਦੂੰਗਾ। ਹੁਣ ਉਹਦੇ ਅੰਦਰ ਬਲੈਸਿੰਗ ਆ, ਉਹ ਬਲੈਸਿੰਗ ਕਿਹਨੂੰ ਦੇ ਰਿਹਾ, ਰਾਜੇ। I bless you, ਇਹ ਮੈਨੂੰ ਕਹਿ ਰਿਹਾ I bless you, ਹਾਲੇਲੂਇਆ। ਐਂਡ ਧਿਆਨ ਦਿਓ, ਉਹ ਬਲੈਸਿੰਗ ਦਿੰਦਾ ਪਤਾ ਕਿਸ ਏਰੀਆ ਨੂੰ ਪਿਆ ਆ, ਦੇਖੋ ਕੀ ਲਿਖਿਆ, बैठो बच्चे। तब यूसुफ ने अपने पिता और भाइयों को बसा दिया, फिरौन की आज्ञा के अनुसार मिस्र देश के अच्छे अच्छे बाग अर्थात रामसेस नामक प्रदेश में भूमि देकर उसे सौंप दिया। और ब्लेसिंग ध्यान नाल सुनियो, तुसीं बहुत बारी बाइबल पढ़ी, पर जो भेद रब ने मैनूं दिता ना, वंडरफुली आ, यू नो। राजे नूं ब्लैसिंग कित्थे दित्ती गई है, रामसेस नगर दे विच, हालेलुया। रामसेस नगर दे विच ब्लैसिंग दित्ती गई, किन्नू दित्ती गई, राजे नूं। कि उन्हें वो वर्ड उत्थे रिलीज कर दिते जो रब ने उन्होंने कहा सी मैं तेनों बताऊंगा। उन्हें रामसेस नगर दे विच जाके ब्लैसिंग रिलीज कर दी। राजा रामसेस नगर दे विच बैठा, उत्थे जाके उन्हें कहता आई ब्लैस यू। हुण की आ, मैं तुहानूं दस दी, यू नो दैट जे क्लीयर समझ पाए, मेरी टीम कित्थे आ, उन्हां नूं भी अज दा वचन समझण दी जरूरत आ। You know that वचन ध्यान नाल सुनो अज मैं, ठीक है। You know that मैं की कह रही हूँ, वो नगर दे उत्ते, रामसेस नगर दे उत्ते यकूब ने आके ब्लैसिंग नूं रिलीज कर दिता कि आई ब्लैस यू, तुसीं वधोगे। बाद विच लिखिया है चैप्टर दे, जदों की सीगा फिरौन, लाइक फिरौन जिहड़ा राजा बदल गया, उस तो बाद की होया, इन्नी समझ लग रही है मैनूं आ कि तुहानूं समझ भी लगे ना। यू नो दैट हुण शैतान ने की कीता, शैतान ने की कीता, शैतान ने की कीता, रामसेस नगर नूं ही इदां दा बना दिता कि जिहड़ा रामसेस नगर दे विच लोकां नूं जबती जुलम करना शुरू कर दिता। किहड़े नगर दे विच, रामसेस नगर दे विच। काते क्यों, फिरौन दे राजे नूं डर पै गया कि इसराइली लोग वध ना जाण, हालेलुया। पर जिन्नू रब ने आशीष देती उन्होंने कर्ज कौन कर सकता। बाइबल दे विच लिखिया 12 आयत दे विच लिखिया, पर यूं यूं वह उनको कित्थे उन्होंने तंग करन लग पिया सी, रामसेस नामक भंडार करके नगरों को बनाया। पर ज्यों ज्यों वह उनको दुख देते गए, त्यों त्यों बढ़ते और फैलते चले गए, इसीलिए वह इसराइलियों से अत्यंत डर गया, हालेलुया। हुण की सीगे, शैतान की चाहुंदा सीगा इन्हां नूं खत्म करके इन्हां नूं फिनिश कर दिए। क्यों? क्योंकि उन्होंने भी स्मैल आ गई सी ब्लैसिंग दी, उन्होंने भी स्मैल आ गई सी ब्लैसिंग दी। रामसेस नगर दे विच ब्लैसिंग रिलीज कीती गई सी फिरौन दे उत्ते। हुण जिहड़ा नवां राजा फिरौन बनिया सीगा, उसी नगर दे विच उन्हां नूं कर्ज करना शुरू कर दिता, उन्हां नूं दबाउणा शुरू करता, उन्हां तों जबती काम कराउणा शुरू कर दिता। पर जिन्ना उहनूं तंग करदा सी उन्ना ओह वधदे जांदे सी, हालेलुया। समझ लगी मैं की कह रही हां? ये वर्ड्स दी पावर दा काम है, हालेलुया। समझ लगी, वर्ड्स दी पावर दी काम। जिस नगर दे विच याकूब ने ब्लैसिंग दे दित्ती, यू नो दैट फिरौन दी पूरी सेना नाश हो गई, वो ब्लैसिंग बनी रही, वो अज भी बनी है, हालेलुया, हालेलुया। वो पूरी सेना फिनिश कर चुका, अपना पूरा देश उन्हें खत्म कर दिता कि वो ब्लैसिंग हटा दे। शैतान चाहता सी उन्हां तो ब्लैसिंग हटा दे इसराइलियों दे उत्ते, पर रामसेस नगर में ब्लैसिंग गॉड ने दित्ती हुई सी, याकूब ने ब्लैसिंग दित्ती हुई सी, हालेलुया। एंड रामसेस नगर दे विच जिहड़ा शैतान सी उन्हां नूं खत्म करना चाहुंदा सी, फिनिश करना चाहुंदा सी, पर जिन्ना जिन्ना उहनूं खत्म करदा सी उन्ना उन्ना वधदे जा रहे सी। इनडायरैक्टली मैं तुहानूं पता की कह रही हां, अज तुहाडी जिंदगी विच जिन्नी ज़्यादा जिस एरिया दे विच प्रॉब्लम ज़्यादा आ ना, शैतान नूं पता इत्थे ब्लैसिंग है, हालेलुया।
शैतान नूं पता इत्थे ज्यादा ब्लैसिंग आ, इसे लिए वो पूरा जोर लाउंदा। पर जिन्ना जिन्ना तुहानूं दबाउण दी कोशिश करूगा उन्ना उन्ना तुसीं वध जाणा, तुसीं फ्रूटफुल हो जाना, तुसीं मल्टीप्लाई हो जाना। पर एक ही शर्त आ, कंडीशन मन शुद्ध होना चाहिए। ਤਾਂ ਜੋ ਕਿ ਜਦੋਂ ਤੁਹਾਡੇ ਅੰਦਰ ਬਲੈਸਿੰਗ, ਯਾਕੂਬ ਦਾ ਮਨ ਸਿੱਧਾ ਸੀ, ਰਾਜੇ ਨੂੰ ਬਲੈਸਿੰਗ ਦਿੱਤੀ ਉਸ ਨਗਰ 'ਚ ਖੜੇ ਹੋ ਕੇ। ਉਹਨੂੰ ਨਹੀਂ ਪਤਾ ਸੀ ਮੇਰੀ ਇਹ ਬਲੈਸਿੰਗ ਦੇ ਕਾਰਨ ਨਾ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਇਸਰਾਏਲੀਆਂ ਨੂੰ ਵਧਣ ਤੋਂ ਰੋਕ ਦਊ। ਹਾਲੇਲੂਇਆ। 70 ਲੋਕ ਸੀਗੇ ਜਸਟ ਜਦੋਂ ਯਾਕੂਬ ਜਦੋਂ ਮਿਸਰ ਦੇ ਵਿੱਚ ਆਇਆ, 70 ਲੋਕ ਸੀਗੀ। ਬਲੈਸਿੰਗ ਕਿਹਨੂੰ ਦੇ ਕੇ ਗਿਆ? ਰਾਜੇ ਨੂੰ। ਲੱਗ ਕਿਹਨੂੰ ਗਈ? ਇਸਰਾਏਲੀਆਂ ਨੂੰ। ਕੰਟਰੋਲ ਹੀ ਨਹੀਂ ਕਰ ਪਾਇਆ ਉਹ। ਫਰੌਨ ਕੰਟਰੋਲ ਹੀ ਨਹੀਂ ਕਰ ਪਾਇਆ, ਸ਼ੈਤਾਨ ਕੰਟਰੋਲ ਹੀ ਨਹੀਂ ਕਰ ਪਾਇਆ। ਜਦੋਂ ਵਧਾਉਣਾ ਰੱਬ ਵੱਲੋਂ ਹੁੰਦਾ ਤੁਹਾਡੀ ਜ਼ਿੰਦਗੀ 'ਚ, ਸ਼ੈਤਾਨ ਤੁਹਾਨੂੰ ਖਤਮ ਨਹੀਂ ਕਰ ਸਕਦਾ, ਤੁਹਾਨੂੰ ਛੋਟਾ ਨਹੀਂ ਕਰ ਸਕਦਾ, ਤੁਹਾਡੇ ਘਰ 'ਚ ਗਰੀਬੀ ਨਹੀਂ ਲਿਆ ਸਕਦਾ, ਤੁਹਾਨੂੰ ਲਿਮਿਟਡ ਨਹੀਂ ਕਰ ਸਕਦਾ। ਹਾਲੇਲੂਇਆ। ਮੈਨੂੰ that ਸਮਝ ਲੱਗੀ ਇਸ ਗੱਲ ਦੀ ਭੇਦ ਨੂੰ ਕਿ ਰੀਅਲੀ ਪਰਮੇਸ਼ਰ ਜੇ ਅੱਜ ਸਾਡੇ ਮੂੰਹ ਨੂੰ ਯੂਜ਼ ਕਰਕੇ ਕਿਸੇ ਨੂੰ ਬਲੈਸ ਕਰ ਦੂੰਗੇ, ਕੋਈ ਦੁਨੀਆ ਦੀਆਂ ਤਾਕਤ ਨਹੀਂ ਹੈਗੀਆਂ ਜਿਹੜੀਆਂ ਤੁਹਾਨੂੰ ਬਲੈਸ ਹੋਣ ਤੋਂ ਰੋਕ ਸਕਦੀਆਂ। ਹਾਲੇਲੂਇਆ। ਕਿ ਬਲੈਸਿੰਗ ਰਿਲੀਜ਼ ਹੋ ਜਾਂਦੀ ਹੈ, ਜਦੋਂ ਰਿਲੀਜ਼ ਹੋ ਜਾਂਦੀ ਹੈ ਉਹ ਐਂਡ ਤੱਕ ਜਾਂਦੀ ਆ, ਅੰਤ ਤੱਕ ਜਾਂਦੀ ਆ। ਅਨੰਤ ਦਾ ਜੀਵਨ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਦਊਂਗਾ। ਹਾਲੇਲੂਇਆ। ਅੱਜ ਤੋਂ ਬਾਅਦ ਫਿਰ ਸਾਰਿਆਂ ਨੂੰ ਆਈ ਬਲੈਸ ਯੂ ਕਹਿਣਾ, ਜਦੋਂ ਮਰਜ਼ੀ ਕਹਿਣਾ ਆਈ ਬਲੈਸ ਯੂ ਨਹੀਂ ਕਹਿਣਾ। ਉਦੋਂ ਕਹਿਣਾ ਜਦੋਂ ਪ੍ਰਭੂ ਨੇ ਸੱਚਮੁੱਚ ਤੁਹਾਡੇ ਆਤਮਾ ਨੂੰ ਉਭਾਰ ਦਿੱਤਾ। ਹਾਲੇਲੂਇਆ। ਵੀ ਤੁਹਾਡੀ ਬਲੈਸਿੰਗ ਮੈਂ ਚਾਹੁੰਦੀ ਹਾਂ ਜਿੱਦਾਂ ਮੇਰੀ ਬਲੈਸਿੰਗ ਲੱਗ ਜਾਂਦੀ ਹੈ। ਹਾਲੇਲੂਇਆ। ਮੈਂ ਕਿਸੇ ਨੂੰ ਬਲੈਸ ਕਰਾਂ ਉਹਦੀ ਬਲੈਸਿੰਗ ਲੱਗ ਜਾਂਦੀ ਆ। ਅੱਜ ਦੇਖੋ ਮੈਨੂੰ ਹੁਣ ਜੌਬ ਉਹ ਖਾਂਬਰਾ ਚਰਚ ਵਲੰਟੀਅਰ ਦੀ ਡਿਊਟੀ ਛੱਡੀ ਨੂੰ ਵੀ ਅੱਜ ਤੋਂ 3 ਸਾਲ ਹੋ ਗਏ ਆ। ਪਰ ਉਹ ਬੱਚੇ ਨੂੰ ਜਦੋਂ ਮੈਂ ਆਈ ਬਲੈਸ ਯੂ ਕਿਹਾ, ਪ੍ਰਭੂ ਤੈਨੂੰ ਵਧਾਊਗਾ, ਉਹ ਵਧੀ ਹੀ ਜਾ ਰਿਹਾ। ਹਾਲੇਲੂਇਆ। ਵਧੀ ਹੀ ਜਾ ਰਿਹਾ। ਹਾਲੇਲੂਇਆ। देखो एक पासे परमेश्वर, दूजे पासे तुसीं है ना। अज रिपेंट करके जाना, शुद्ध रखना मन नूं और रिसीव करके जानी परमेश्वर। यू नो दैट याकूब लड़िया, कहंदा मैं धक्के खा लै, लदान दे इन्ने इन्ने साल मैं उत्थे सेवा करदा रहा पर कख नहीं बनिया मेरा। मेरियां ਜਿਹੜੀਆਂ ਬੋਟੀਆਂ ਵੀ ਸੀ ਜਿਹਨਾਂ ਲਈ ਮੈਂ 20 ਸਾਲ ਵੀ ਖਰਾਬ, 7 ਸਾਲ ਵੀ ਖਰਾਬ ਕੀਤੇ, 20 ਸਾਲ ਮੇਰੇ ਖਰਾਬ ਹੋ ਗਏ। ਪਰ ਮੈਨੂੰ ਹੁਣ ਸੱਚਮੁੱਚ ਆਸ਼ੀਸ਼ ਚਾਹੀਦੀ ਆ। ਹਾਲੇਲੂਇਆ। ਲੜਿਆ ਰੱਬ ਨਾਲ, ਰੱਬ ਦੇ ਦੂਤ ਨਾਲ ਲੜ ਪਿਆ। ਹਾਲੇਲੂਇਆ। ਫਿਰ ਪਰਮੇਸ਼ਰ ਨੇ ਕਿਹਾ ਆਈ ਬਲੈਸ ਯੂ ਯਾਕੂਬ, ਰੀਅਲੀ ਆਈ ਬਲੈਸ ਯੂ। ਹਾਲੇਲੂਇਆ। ਲਾਸਟ ਸਰਮਨਸ ਦੇ ਵਿੱਚ ਮੇਰੇ ਸਪਿਰਚੁਅਲ ਫਾਦਰ ਕਹਿ ਰਹੇ ਸੀਗੇ ਯਾਕੂਬ ਨੂੰ ਸੁਪਨਾ ਕਿੱਦਾਂ ਆਇਆ ਸੀਗਾ, ਉਹ ਡੀਐਨਏ ਦਾ ਪ੍ਰੋਪਰ ਦਿਖਾਇਆ ਸੀਗਾ। ਡੀਐਨਏ ਦੇ ਵਿੱਚ ਸੀਗਾ ਉਹਦੀ ਬਲੈਸਿੰਗ, ਅਬਰਾਹਮ ਤੋਂ ਬਲੈਸਿੰਗ ਆਣੀ ਹੀ ਆਣੀ ਸੀਗੀ। ਹਾਲੇਲੂਇਆ। ਪਰ ਤਦ ਤੱਕ ਬਲੈਸਿੰਗ ਨਹੀਂ ਆਈ ਜਦੋਂ ਝੂਠ ਹੀ ਬੋਲਦਾ ਰਹਿੰਦਾ ਸੀਗਾ, ਉਹਦੀ ਬਲੈਸਿੰਗ ਨਹੀਂ ਆਈ। ਪਰ ਜਦੋਂ ਉਹਨੇ ਮਨ ਖਰਾਬ ਕੀਤਾ, ਜਦੋਂ ਰਿਪੈਂਟ ਕੀਤਾ, ਪਰਮੇਸ਼ਰ ਮੈਨੂੰ ਬਲੈਸਿੰਗ ਕਰ, ਮੈਨੂੰ ਨਹੀਂ ਪਤਾ ਮੈਨੂੰ ਬਲੈਸ ਕਰ, ਪਰਮੇਸ਼ਰ ਕਹਿੰਦੇ ਸਭ ਤੋਂ ਪਹਿਲਾਂ ਤੇਰਾ ਨਾਮ ਹੀ ਚੇਂਜ ਕਰਦਾ। ਹਾਲੇਲੂਇਆ। ਦੇਖੋ ਮੈਂ ਇੱਥੇ ਤੁਹਾਨੂੰ ਉੱਤੇ ਦੋਸ਼ ਲਾਉਣ ਨਹੀਂ ਆਈ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਅੱਜ ਜੇ ਮੈਂ ਇੱਥੇ ਆਈ ਹਾਂ, ਸੱਚਮੁੱਚ ਰਿਪੈਂਟ ਕਰੋ। ਸੱਚਮੁੱਚ ਜਿਹੜੀਆਂ ਚੀਜ਼ਾਂ ਤੁਹਾਡੇ ਅੰਦਰੋਂ ਨਿਕਲਣੀਆਂ ਚਾਹੀਦੀਆਂ ਉਹਨਾਂ ਨੂੰ ਕੱਢ ਦਿਓ, ਤਾਂ ਜੋ ਕਿ ਅੱਜ ਜੇ ਮੈਂ ਇੱਥੇ ਆਈ ਹਾਂ ਤੁਹਾਡੀ ਜ਼ਿੰਦਗੀ ਵਿੱਚ ਬਲੈਸਿੰਗ ਠਹਿਰ ਜਾਵੇ ਖੁਦਾ ਵਨ ਯਿਸੂ ਦੇ ਨਾਮ ਦੇ ਵਿੱਚ। ਠੀਕ ਹੈ। ਹਾਲੇਲੂਇਆ। ਆਪਾਂ ਪ੍ਰਾਰਥਨਾ ਵਿੱਚ ਆਉਂਦੇ ਹਾਂ। ਸਭ ਜਣ ਆਪਣੇ ਆਪਣੇ ਜਗ੍ਹਾ ਦੇ ਉੱਤੇ ਖੜ੍ਹਦੇ ਆ।